अर्जन गुरु बर श्री हरगोबिंद हरि राय हर कृष्ण गुर तेग बहादुर चंद दसवें गोबिंद सिंह गुर नमो चरण अरबिंद हरि राय हर कृष्ण गुर तेग बहादुर चंद दसवें गोबिंद सिंह गुर नमो चरण अरबिंद जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन को बंदना सिर चरणन पर तहार एक अंकारा सतगुरु तेह प्रसाद सच होए। वाहे गुरु जी की फतेह विघ्न विनाशन सोए। सतनाम श्री वाहिगुरु साहिब जी। दोहरा क्यों जंजार उजरियो मना काज ना तेरे कोय सतगुर चरण सरोज को सेव सदा सुख होए। सतगुरु गरीब नवाज सच्चे पातशाह धन 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 सतगुरु दासां गरीबां सिखां सेवकां दी सदा इज्जत रखण वाले पत रखण वाले दया करन वाले मेरा करन वाले बख्शिशां करन वाले हाजरा हजूर जहरा जहूर सर्ब कला भरपूर अंतरजामी सुख निधान सच्चे पातशाह धन 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 सतगुरु गरीब नवाज धन धन सतगुरु श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार सत्कार दे नाल सारियां सिख संगतां जोड़ो दोवें हथ गज के आखो जी धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु जी दी पवित्र पावन हाजरी विखे सुभाएमान संगत जी आप जी बड़े ही प्यार दे नाल सतगुरु सच्चे पातशाह जी दी पवित्र पावन हाजरी विच सज के आपो अपने घरां दे विच सज के सतगुरु जी दा महान पवित्र जस गुरु जी दी वडियाई सच्चे पातशाह जी दी लड़ीवार कथा सरवण कर रहे हों। सारियां सिख संगतां प्यार सत्कार नाल दोवें हथ जोड़ के गज के फतेह बुलाओ जी। वाहिगुरु जी का खालसा वाहिगुरु जी की फतेह। धन 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 सतगुरु गरीब नवाज अंतरजामी सतगुरु श्री गुरु नानक साहब महाराज जी दी लड़ीवार कथा आप जी बड़े ही प्यार दे नाल सरवण कर रहे हो। सच्चे पातशाह श्री गुरु नानक साहब जी श्री करतारपुर साहब विखे सुभाएमान हन। बेअंत सिख संगतां सच्चे पातशाह जी की हाजरी विच आ रहीआं हन। एक सिख महाराज जी दे कोल आया अजे सिख नहीं बनिया आके उन्हें महाराज जी नूं बेनती की महाराज मैं सिख बना फकीर बना जां फिर गृहस्थी बना। धन गुरु नानक देव महाराज सच्चे पातशाह जी ने साध संगत जी ਉਹਨੂੰ ਨਿਰਾ ਸਮਝਾਇਆ ਹੀ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਉਹਨੂੰ ਵਿਖਾਇਆ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ, ਫਕੀਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਅਤੇ ਗ੍ਰਸਤੀ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜਦੋਂ ਉਹਨੇ ਸਾਰਾ ਕੁਝ ਵੇਖ ਲਿਆ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹੱਥ ਜੋੜੇ। ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਦਇਆ ਕਰੋ ਨਾ ਤੇ ਮੈਂ ਸਿੱਖ ਬਣ ਸਕਦਾ ਹਾਂ ਨਾ ਮੈਂ ਗ੍ਰਸਤੀ ਬਣ ਸਕਦਾ ਹਾਂ ਅਤੇ ਨਾ ਮੈਂ ਫਕੀਰ ਬਣ ਸਕਦਾ ਹਾਂ। ਇਹਨੂੰ ਸਾਧ ਸੰਗਤ ਜੀ ਕਹਿੰਦੇ ਆ ਸਰੰਡਰ ਭਾਵਨਾ ਸਮਰਪਣ ਭਾਵਨਾ। ਗੁਰੂ ਸਾਹਿਬ ਮਹਾਰਾਜ ਜੀ ਨੂੰ ਉਹਨੇ ਪ੍ਰਤੱਖ ਰੂਪ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਇਹਨਾਂ ਵਿੱਚੋਂ ਕੁਝ ਵੀ ਨਹੀਂ ਬਣ ਸਕਦਾ। ਔਰ ਸੱਚੀ ਗੱਲ ਹੈ ਜੇ ਬੰਦਾ ਆਖੇ ਮੈਂ ਸਿੱਖ ਦੀ ਪੜ੍ਹਾਈ ਕਰਨੀ ਹੈ ਸੰਗਤ ਜੀ ਸਿੱਖ ਦੀ ਪੜ੍ਹਾਈ ਕਰਨੀ ਬੜੀ ਔਖੀ ਹੈ।
ਸਿੱਖ ਬਣ ਜਾਣਾ ਬੜਾ ਔਖਾ ਹੈ। ਸੱਚ ਪੁੱਛੋ ਸਫਲ ਗ੍ਰਸਤੀ ਬਣਨਾ ਬੜਾ ਔਖਾ ਹੈ, ਤੇ ਫਕੀਰੀ ਦੀ ਤੇ ਲਾਈਨ ਹੀ ਬੜੀ ਅੱਗੇ ਦੀ ਹੈ। ਪਰ ਇਹਨਾਂ ਸਾਰਿਆਂ ਵਿੱਚੋਂ ਸਿੱਖ ਜਿਹੜਾ ਹੈ ਨਾ, ਸਿੱਖ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਜੋ ਬਣਾਉਣਾ ਤੁਸੀਂ ਬਣਾ ਦਿਓ। ਮਹਾਰਾਜ ਕਹਿੰਦੇ ਫਿਰ ਸੁਣ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਉਪਦੇਸ਼ ਦਿੱਤਾ, ਨਿਸ਼ਕਪਟ ਹੋ ਕੇ ਸਭ ਤੋਂ ਪਹਿਲਾਂ ਧਰਮ ਦੀ ਕਿਰਤ ਕਰ। ਧਰਮ ਦੀ ਕਿਰਤ ਕੀ ਹੈ? ਇਹ ਬੜੀ ਵੱਡੀ ਜੁਗਤੀ ਹੈ ਜਿਹੜੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਹੈ। ਨਾਲ ਨਾਲ ਤੇ ਘਰ ਦਾ ਕੰਮ ਕਰਨਾ ਹੈ, ਵਾਹਿਗੁਰੂ ਸੰਸਾਰਕ ਕਾਰ ਵਿਹਾਰ ਕਰਨੇ ਹੈ, ਪਰ ਇਹਦੇ ਨਾਲ ਦੀ ਨਾਲ ਹਿਰਦੇ ਵਿੱਚ ਸਤਿਗੁਰੂ ਜੀ ਦਾ ਪਿਆਰ, ਪਰਮੇਸ਼ਰ ਜੀ ਦਾ ਪਿਆਰ ਰੱਖਣਾ ਹੈ। ਧਰਮ ਦੀ ਕਿਰਤ ਕਰ, ਮਾਣ ਹੰਕਾਰ ਨੂੰ ਦੂਰ ਕਰਦੇ। ਹੰਕਾਰ ਦੂਰ ਕਰਨਾ ਕਿਹੜਾ ਸੌਖਾ ਪਿਆ ਹੈ। ਇਹ ਵੀ ਬੜਾ ਸਾਧ ਸੰਗਤ ਜੀ ਹਉਮੈ ਵੱਡਾ ਰੋਗ ਬਣਿਆ ਹੋਇਆ ਬੰਦੇ ਦੇ ਮਨ ਵਿੱਚ। ਮਹਾਰਾਜ ਕਹਿੰਦੇ ਮਨ ਨੀਵਾ ਕਰਕੇ ਸਿੱਖਾਂ ਦੀ ਸੇਵਾ ਕਰ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਸ ਮਨੁੱਖ ਤੇ ਐਸੀ ਕਿਰਪਾ ਕੀਤੀ, ਉਹਨੂੰ ਆਪਣਾ ਸਿੱਖ ਬਣਾ ਲਿਆ। ਉਹ ਜਿਵੇਂ ਜਿਵੇਂ ਮਹਾਰਾਜ ਜੀ ਨੇ ਉਪਦੇਸ਼ ਕੀਤਾ ਉਵੇਂ ਉਵੇਂ ਉਹ ਕਰਨ ਲੱਗਾ। ਔਰ ਸਾਧ ਸੰਗਤ ਜੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਕਵੀ ਸੰਤੋਖ ਸਿੰਘ ਲਿਖਦੇ ਹੈ, ਸਮਾਂ ਪਾਏ ਸਿਮਰਨ ਸਤਨਾਮੂ। ਜਦੋਂ ਉਹਨੂੰ ਸਮਾਂ ਮਿਲਿਆ ਕਰੇ ਉਹ ਉਦੋਂ ਹੀ ਸਿਮਰਨ ਕਰਿਆ ਕਰੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਇਸ ਤਰੀਕੇ ਨਾਲ ਮਹਾਰਾਜ ਗਰੀਬ ਨਵਾਜ ਜੀ ਨੇ ਉਹਨੂੰ ਉਪਦੇਸ਼ ਬਖਸ਼ਿਸ਼ ਕੀਤਾ, ਨਿਹਾਲ ਕੀਤਾ। ਸੋ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਕਿਉਂ ਜੰਜਾਰ ਉਰਝਿਓ ਮਨਾ, ਕਾਜ ਨਾ ਤੇਰੇ ਕੋਏ। ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਥਾ ਆਰੰਭ ਕਰਨ ਤੋਂ ਪਹਿਲਾਂ ਆਪਣੇ ਮਨ ਨੂੰ ਸਿੱਖਿਆ ਦਿੰਦੇ ਹੈ। ਸਾਧ ਸੰਗਤ ਜੀ, ਬੰਦਾ ਉਹੋ ਹੀ ਕਾਮਯਾਬ ਹੈ ਜਿਹਨੇ ਆਪ ਆਪਣੇ ਮਨ ਨੂੰ ਸਿੱਖਿਆ ਦਿੱਤੀ, ਜਿਹੜਾ ਆਪ ਆਪਣੇ ਮਨ ਦਾ ਨਿਰਣਾ ਕਰਦਾ ਹੈ ਵੀ ਮੇਰਾ ਮਨ ਕਿੱਥੇ ਗਲਤ ਹੈ ਤੇ ਕਿੱਥੇ ਸਹੀ ਹੈ, ਮੈਂ ਕਿੱਥੇ ਗਲਤ ਹਾਂ ਕਿੱਥੇ ਸਹੀ ਹਾਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ, ਹੇ ਮੇਰੇ ਮਨਾ, ਤੂੰ ਕਿਉਂ ਜੰਜਾਲਾਂ ਵਿੱਚ ਫਸਿਆ ਪਿਆ, ਸੰਸਾਰਕ ਜੰਜਾਲਾਂ ਵਿੱਚ ਫਸਿਆ ਪਿਆ, ਇਹ ਤੇਰੇ ਕਿਸੇ ਕੰਮ ਨਹੀਂ ਆਉਣੇ। ਸਤਿਗੁਰ ਚਰਨ ਸਰੋਜ ਕੋ, ਸੇਵ ਸਦਾ ਸੁਖ ਹੋਏ। ਇਸ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰ। ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਨੂੰ ਸੇਵ, ਤਾਂ ਕਿ ਤੇਰੇ ਜੀਵਨ ਵਿੱਚ ਸੁੱਖ ਤੈਨੂੰ ਪ੍ਰਾਪਤ ਹੋਵੇ। ਹੁਣ ਅੱਗੋਂ ਕਥਾ ਸੁਣੋ। ਚੌਪਈ। ਸੁਣ ਸ਼੍ਰੀ ਤ੍ਰੇਹਣ ਕੁਲ ਉਜਿਆਰਾ। ਅੱਗੋਂ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਕਥਾ ਸੁਣਾ ਰਹੇ ਹੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੋਂ ਕਥਾ ਸੁਣੋ। ਪ੍ਰਭੂ ਬਿਰਾਜੈ ਪੁਰ ਕਰਤਾਰਾ। ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਭਾਏਮਾਨ ਹਨ, ਸੱਜੇ ਹਨ। ਇੱਕ ਦਿਨ ਬਹਿਰ ਬਿਰਸ਼ ਕੀ ਛਾਇਆ। ਇੱਕ ਦਿਨ ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਰਤਾਰਪੁਰ ਸਾਹਿਬ ਦੇ ਬਾਹਰ ਇੱਕ ਰੁੱਖ ਦੇ ਹੇਠਾਂ ਬੈਠੇ ਸਨ। ਆਸੇ ਪਾਸੇ ਖੇਤ ਸਨ। ਹਾਂਜੀ। ਬੈਠ ਰਹੇ ਗੁਰ ਸਹਿਜ ਸੁਭਾਇਆ। ਨੇਤਰ ਬੰਦ ਕੀਤੇ ਨੇ ਸੱਚੇ ਪਾਤਸ਼ਾਹ ਜੀ ਨੇ। ਸਹਿਜ ਸੁਭਾ ਸੱਚੇ ਪਾਤਸ਼ਾਹ ਮਹਾਰਾਜ ਸੱਜੇ ਹੋਏ ਹਨ। ਬਾਰਿਕ ਅਜਾ ਚਰਾਵਤ ਆਵਾ। ਇੱਕ ਬੱਚਾ ਸਾਧ ਸੰਗਤ ਜੀ ਬੱਕਰੀਆਂ ਚਰਾਉਂਦਾ ਹੋਇਆ ਉਸ ਪਾਸੇ ਆਇਆ ਜਿਸ ਪਾਸੇ ਮਹਾਰਾਜ ਬੈਠੇ ਆ। ਹਾਂਜੀ। ਜਗਨ ਲਗਿਓ ਜਿਹ ਭਾਗ ਸੁਹਾਵਾ। ਤੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਦੱਸਦੇ, ਕਹਿੰਦੇ ਮਹਾਰਾਜ ਅਸਲ ਗੱਲ ਇਹ ਹੈ ਵੀ ਅੱਜ ਇਸ ਬੱਚੇ ਦੇ ਭਾਗ ਜਾਗਣ ਲੱਗੇ ਆ, ਅੱਜ ਇਹਦੇ ਭਾਗ ਜਾਗ ਜਾਣੇ ਆ।
ਹਾਂਜੀ। तेहे बिलोक बोले गत दाई। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਉਸ ਬਾਲਕ ਨੂੰ ਵੇਖ ਕੇ ਨਾ ਮਹਾਰਾਜ ਨੇ ਇਸ ਤਰ੍ਹਾਂ ਬਚਨ ਕੀਤਾ। 12 ਕੁ ਸਾਲਾਂ ਦੀ ਉਮਰ ਹੈ, ਬੱਕਰੀਆਂ ਚਰਾ ਰਿਹਾ ਹੈ ਬਾਲਕ। ਮਹਾਰਾਜ ਨੇ ਵੇਖ ਕੇ ਬਚਨ ਕੀਤਾ। ਆਨੋ ਬਾਲੇ ਬਾਲ ਬੁਲਾਈ। ਮਹਾਰਾਜ ਕਹਿੰਦੇ ਬਾਲਿਆ, ਉਹ ਜਿਹੜਾ ਬੱਚਾ ਆਇਆ ਨਾ ਬੱਕਰੀਆਂ ਚਾਰ ਰਿਹਾ, ਮਹਾਰਾਜ ਕਹਿੰਦੇ ਉਸ ਬੱਚੇ ਨੂੰ ਸਾਡੇ ਕੋਲ ਲੈ ਕੇ ਆ। ਸੁਣਿਓ ਸੰਗਤ ਜੀ ਹੁਣ ਖੇਡ ਮਹਾਰਾਜ ਦੀ। ਹਾਂਜੀ। ਮੈਂ ਗਮਨਿਓ ਜਿਹ ਅਜਾ ਚਰਾਵਤ। ਤੇ ਭਾਈ ਬਾਲਾ ਜੀ ਕਹਿੰਦੇ ਮੈਂ ਫਿਰ ਉਸ ਪਾਸੇ ਗਿਆ ਜਿੱਧਰ ਉਹ ਬੱਚਾ ਬੱਕਰੀਆਂ ਚਰਾ ਰਿਹਾ ਸੀ। ਹਾਂਜੀ। ਕਹਿਓ ਬਾਲ ਤੁਝ ਤਪਾ ਬੁਲਾਵਤ। ਕਹਿੰਦੇ ਮੈਂ ਆਖਿਆ ਬਾਲਕ ਤੈਨੂੰ ਮੇਰੇ ਮਹਾਰਾਜ ਸੱਦ ਰਹੇ ਆ, ਤਪਾ ਜੀ ਸੱਦ ਰਹੇ ਆ। ਹਾਂਜੀ। ਕਿਸ਼ਕ ਕਹਿਤ ਸੁਨੀਏ ਢਿਗ ਆਈ। ਉਹ ਕੁਝ ਕਹਿਣਾ ਚਾਹੁੰਦੇ ਆ ਤੇ ਤੂੰ ਮਹਾਰਾਜ ਦੇ ਕੋਲ ਚੱਲ ਕੇ ਆ। ਹਾਂਜੀ। ਬਾਹਰੋਂ ਅਜਾ ਚਰਾਵੋ ਜਾਈ। ਫਿਰ ਵਾਪਸ ਆ ਕੇ ਤੇ ਤੂੰ ਆਪਣੀਆਂ ਬੱਕਰੀਆਂ ਚਰਾ ਲਈ। ਇੱਕ ਵਾਰੀ ਮਹਾਰਾਜ ਦੀ ਗੱਲ ਸੁਣਾ। ਹਾਂਜੀ। ਸੁਨ ਬਾਲਿਕ ਆਵਾ ਸੰਗ ਮੇਰੇ। ਭਾਈ ਬਾਲਾ ਜੀ ਕਹਿੰਦੇ ਉਹ 12 ਕੁ ਸਾਲਾਂ ਦਾ ਬਾਲਕ ਮੇਰੇ ਨਾਲ ਚੱਲ ਕੇ ਆ ਗਿਆ, ਜਿੱਥੇ ਜਗਤ ਦੇ ਮਾਲਕ ਆਪ ਨਿਰੰਕਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਐ। ਹਰਖਿਓ ਪ੍ਰਭ ਕੋ ਦਰਸ਼ਨ ਹੇਰੇ। ਕਹਿੰਦੇ ਮੈਂ ਮਹਾਰਾਜ ਦੇ ਦਰਸ਼ਨ ਵਾਹਿਗੁਰੂ ਕਹਿੰਦੇ ਉਹ ਬੱਚੇ ਨੂੰ ਖੁਸ਼ੀ ਮਹਿਸੂਸ ਹੋਈ ਜੀ। ਸਤਿਗੁਰੂ ਦੇ ਦਰਸ਼ਨ ਕਰਕੇ ਨਾ ਉਹਨੂੰ ਖੁਸ਼ੀ ਮਹਿਸੂਸ ਹੋਈ। ਹਾਂਜੀ। ਚਰਨ ਕਮਲ ਪਰ ਬੰਦਨ ਧਾਰੀ। ਬੱਚੇ ਨੇ ਆ ਕੇ, ਬਾਲਕ ਨੇ ਆ ਕੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਬਾਹਰੋਂ ਠੰਡੋ ਰਹੋ ਅਗਾਰੀ। ਤੇ ਬਾਅਦ ਵਿੱਚ ਉਹ ਸਾਹਮਣੇ ਖਲੋ ਗਿਆ ਬੱਚਾ। ਹਾਂਜੀ। ਕਿਰਪਾ ਦ੍ਰਿਸ਼ਟ ਅਵਲੋਕ ਗੋਸਾਈ। ਸ਼੍ਰੀ ਮੁਖ ਕੋਮਲ ਗਿਰਾ ਅਲਾਈ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਬਾਲਕ ਨੂੰ ਆਪਣੇ ਮੁਖ ਤੋਂ ਪੁੱਛਦੇ ਆ। ਉਹਦੇ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਪਹਿਲਾਂ ਮਹਾਰਾਜ ਨੇ। ਗੱਜ ਕੇ ਆਖੋ ਵਾਹਿਗੁਰੂ। ਬਸ ਇਸ ਗੱਲ ਨੂੰ ਸਮਝਿਓ, ਜਿਹੜਾ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਜੀ। ਉਂਝ ਵੇਖਦੇ ਤੇ ਮਹਾਰਾਜ ਸਾਰਿਆਂ ਵੱਲ ਨੇ, ਪਰ ਚੇਤਾ ਰੱਖਿਓ ਸੰਗਤ ਜੀ, ਜਦੋਂ ਮਹਾਰਾਜ ਕਿਸੇ ਵੱਲ ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖਦੇ ਆ ਨਾ, ਫਿਰ ਉਹਦਾ ਜੀਵਨ ਬਦਲ ਜਾਂਦਾ ਜੀ। ਕਿਰਪਾ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਰੂ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਜਿਹੜੀ ਹੈ ਨਾ, ਉਹ ਬੰਦੇ ਨੂੰ ਸੰਤ ਬਣਾ ਦਿੰਦੀ ਜੇ। ਇਸੇ ਕਰਕੇ ਗੁਰਸਿੱਖ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਦੇ, ਸੱਚੇ ਪਾਤਸ਼ਾਹ ਮਹਾਰਾਜ ਸਾਡੇ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਵੇਖੋ, ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ। ਗੁਰੂ ਨਾਨਕ ਸਾਹਿਬ ਨੇ ਉਸ ਬੱਚੇ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਤੇ ਫਿਰ ਆਪਣੇ ਮੁਖ ਤੋਂ ਮਹਾਰਾਜ ਨੇ ਬਚਨ ਕੀਤਾ। ਕਹੋ ਬਾਲਕ ਕੋ ਹਵ ਤਵ ਨਾਮੂ। ਮਹਾਰਾਜ ਕਹਿਣ ਲੱਗੇ ਕਿਉਂ ਬਾਲਕ, ਕੀ ਨਾਮ ਹੈ ਤੇਰਾ? ਹਾਂਜੀ। ਕੌਣ ਗ੍ਰਾਮ ਮੈਂ ਤੇਰੋ ਧਾਮੂ। ਕਿਹੜੇ ਪਿੰਡ ਵਿੱਚ ਤੇਰਾ ਘਰ ਹੈ? ਮਹਾਰਾਜ ਕਹਿੰਦੇ ਸਾਨੂੰ ਦੱਸ। ਕਿਹ ਕੋ ਤਾਤ ਸੋ ਜਾਹੋ ਬਤਾਈ। ਕਿਹਦਾ ਪੁੱਤਰ ਹੈ ਇਹ ਸਾਨੂੰ ਦੱਸ। ਹਾਂਜੀ। ਅਜਾ ਚਰਾਏ ਕੇ ਆਪਨ ਪਰਾਈ। ਆ ਜਿਹੜੀਆਂ ਬੱਕਰੀਆਂ ਚਰਾ ਰਹੇ ਆ ਇਹ ਤੇਰੀਆਂ ਆਪਣੀਆਂ ਨੇ ਜਾਂ ਕਿਸੇ ਹੋਰ ਦੀਆਂ ਨੇ? ਕਿਉਂਕਿ ਪਹਿਲਾਂ ਇੱਕ ਬਾਲ ਜਾ ਕੇ ਬਾਹਰ ਜਾ ਕੇ ਜਾਂ ਸਿਆਣਾ ਸਰੀਰ ਜਾ ਕੇ ਦੂਜਿਆਂ ਦੀਆਂ ਬੱਕਰੀਆਂ ਵੀ ਚਰਾ ਲਿਆਉਂਦਾ ਹੁੰਦਾ ਸੀ। ਹਾਂਜੀ। ਸੁਨ ਕੈ ਸਿਸ ਨੇ ਬਚਨ ਉਚਾਰੇ। ਤੇ ਸੁਣ ਕੇ ਉਹ ਬਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਘਰ ਹੈ ਨਿਕਟ ਜੋ ਗ੍ਰਾਮ ਤੁਮਹਾਰੇ। ਮਹਾਰਾਜ ਲਾਗੇ ਹੀ ਪਿੰਡ ਹੈ, ਪਿੰਡ ਮੇਰਾ ਲਾਗੇ ਹੀ ਹੈ ਤੇ ਉਸ ਪਿੰਡ ਵਿੱਚ ਮੇਰਾ ਘਰ ਹੈ। ਹਾਂਜੀ। ਬੂੜਾ ਆਖਿਆ ਮੇਰੋ ਜਾਨੋ। ਤੇ ਮੇਰਾ ਨਾਮ ਜਿਹੜਾ ਹੈ ਨਾ ਉਹ ਬੂੜਾ ਹੈ, ਬੂੜਾ। ਇੱਕ ਵਾਰੀ ਜਿੰਨੀ ਸੰਗਤ ਆਪ ਜੀ ਕਥਾ ਸੁਣ ਰਹੇ ਹੋ,
ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। 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 ਇਹ ਬਾਬਾ ਬੁੱਢਾ ਸਾਹਿਬ ਨੇ, ਕੋਈ ਹੋਰ ਨਹੀਂ ਆਏ। ਹਾਂਜੀ। ਬਰਨ ਜਟੇਟਾ ਹਿਰਦੈ ਪਛਾਨੋ। ਤੇ ਜੱਟ ਹਾਂ ਮਹਾਰਾਜ ਮੈਂ, ਜਿਵੇਂ ਸਿੱਧਾ ਆਮ ਬੰਦਾ ਬੋਲਦਾ, ਸਿੱਧੀ ਸਾਦੀ ਬੋਲੀ ਹੈ ਬਾਬਾ ਬੁੱਢਾ ਜੀ ਦੀ, ਕੋਈ ਵਲ ਫਰੇਬ ਨਹੀਂ ਹੈ ਵਿੱਚ। ਕਹਿਣ ਲੱਗੇ ਮਹਾਰਾਜ ਜੱਟ ਪਰਿਵਾਰ ਹੈ ਸਾਡਾ। ਹਾਂਜੀ। ਮਾਤ ਪਿਤਾ ਕੀ ਆਇਸ ਪਾਈ। ਮਾਤਾ ਪਿਤਾ ਦੇ ਹੁਕਮ ਦੇ ਨਾਲ। ਹਾਂਜੀ। ਅਜਾ ਚਰਾਵਤ ਆਪਨ ਪਰਾਈ। ਮੈਂ ਆਪਣੀਆਂ ਵੀ ਬੱਕਰੀਆਂ ਚਰਾ ਰਿਹਾ ਤੇ ਨਾਲ ਹੋਰ ਲੋਕਾਂ ਦੀਆਂ ਬੱਕਰੀਆਂ ਵੀ ਚਰਾ ਰਿਹਾ ਹਾਂ। ਇਹਨਾਂ ਵਿੱਚ ਮੇਰੀਆਂ ਬੱਕਰੀਆਂ ਸਾਡੀਆਂ ਵੀ ਨੇ ਤੇ ਹੋਰ ਲੋਕਾਂ ਦੀਆਂ ਵੀ ਨੇ। ਹਾਂਜੀ। ਗੁਰੂ ਭਨਿਓ ਕਰੀਏ ਨਿਜਕਾਰੀ। ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਾ ਬਾਲਕ ਹੁਣ ਆਪਣਾ ਕੰਮ ਕਰ ਜਾ ਕੇ। ਹਾਂਜੀ। ਜਾਏ ਲਿਹੋ ਨਿਜ ਅਜਾ ਸੰਭਾਰੀ। ਜਾ ਕੇ ਮਹਾਰਾਜ ਕਹਿੰਦੇ ਆਪਣੀਆਂ ਬੱਕਰੀਆਂ ਸਾਂਭ ਲਾ ਜਾ ਕੇ। ਹਾਂਜੀ। ਸਿਸ ਕਹਿ ਸੰਸਾ ਭਾ ਮਨ ਮਾਹੀ। ਹਾਂਜੀ। ਪ੍ਰਥਮ ਬੁਲਾਇਓ ਆਪਣੇ ਪਾਹੀ। ਤੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਵੇਖੋ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਨੂੰ ਮਿਲੇ ਤੇ ਮੈਨੂੰ ਮਾਫ ਕਰਿਓ, ਬਾਬਾ ਬੁੱਢਾ ਸਾਹਿਬ ਜੀ ਦੇ ਉੱਤੇ ਦਾਸ ਬੇਨਤੀ ਕਰਨ ਲੱਗਾ। ਬਾਬਾ ਜੀ ਦੇ ਪਰਥਾਏ ਅੱਜ ਦੀ ਇਹ ਪਹਿਲੀ ਮੁਲਾਕਾਤ ਹੈ। 12 ਸਾਲਾਂ ਦੀ ਉਮਰ ਹੈ ਬਾਬਾ ਬੁੱਢਾ ਸਾਹਿਬ ਜੀ ਦੀ। ਅੱਜ ਪਹਿਲੀ ਵਾਰੀ ਮੁਲਾਕਾਤ ਹੋਈ ਔਰ ਗੁਰੂ ਨਾਨਕ ਸਾਹਿਬ ਨੇ ਆਪ ਆਵਾਜ਼ ਮਾਰੀ ਵੀ ਬਾਲਕ ਨੂੰ ਸੱਦੋ ਇੱਥੇ। ਚੇਤਾ ਰੱਖਿਓ ਜਿਨ੍ਹਾਂ ਨੂੰ ਸਤਿਗੁਰੂ ਆਪ ਆਵਾਜ਼ ਮਾਰਨ ਉਹ ਆਮ ਸਧਾਰਨ ਪੁਰਸ਼ ਨਹੀਂ ਹੁੰਦੇ, ਉਹਨਾਂ ਵਿੱਚ ਖਾਸ ਗੱਲ ਹੁੰਦੀ ਹੈ। ਤੇ ਦੂਜੀ ਗੱਲ 12 ਸਾਲਾਂ ਦੀ ਉਮਰ ਹੈ ਤੇ ਧੰਨ ਬਾਬਾ ਬੁੱਢਾ ਸਾਹਿਬ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਨੂੰ ਮਿਲੇ ਹੈ। ਇਹਦੇ ਤੋਂ ਬਾਅਦ 113 ਸਾਲ ਹੋਰ ਬਾਬਾ ਜੀ ਨੇ ਅਜੇ ਜਿਉਣਾ ਹੈ। 113 ਦੇ 13 ਸਾਲ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਲਾ ਦੇਣੇ ਆ ਜੀ। ਬੜੀ ਵੱਡੀ ਸੇਵਾ ਮਿਲਦੀ ਬਾਬਾ ਬੁੱਢਾ ਜੀ ਨੂੰ। ਪਰ ਪਹਿਲੇ ਦਿਨ ਵੇਖੋ ਕੈਸੇ ਬਚਨ ਹੋਏ। ਬਾਬਾ ਬੁੱਢਾ ਜੀ ਕਹਿਣ ਲੱਗੇ ਤੁਸੀਂ ਮੈਨੂੰ ਸੱਦਿਆ ਕਿਉਂ ਜੇ ਮੇਰੇ ਨਾਲ ਕੰਮ ਨਹੀਂ ਸੀ ਤੁਹਾਨੂੰ ਤੇ। ਹਾਂਜੀ। ਬਾਹਰ ਨਾ ਕਾਰਜ ਕਛੂ ਬਤਾਇਓ। ਜਾਓ ਅਬੈ ਮੁਖ ਤੇ ਫਰਮਾਇਓ। ਪਹਿਲਾਂ ਸੱਦ ਲਿਆ ਹੁਣ ਕਹਿੰਦੇ ਜਾ ਕੰਮ ਨਹੀਂ ਹੈਗਾ ਕੋਈ, ਤੇ ਫਿਰ ਸੱਦਿਆ ਕਿਉਂ ਮੈਨੂੰ। ਹਾਂਜੀ। ਜੋ ਰਾਵਰ ਕੋ ਕਾਜ ਨਾ ਕੋਈ। ਜੇ ਤੁਹਾਨੂੰ ਕੋਈ ਕੰਮ ਹੀ ਨਹੀਂ ਸੀ ਮੇਰੇ ਨਾਲ ਕਿਉਂ ਹਕਾਰ ਨੇ ਆਇਸ ਹੋਈ। ਤੇ ਫਿਰ ਮੈਨੂੰ ਬੁਲਾਇਆ ਕਿਉਂ, ਮੈਨੂੰ ਸੱਦਿਆ ਕਿਉਂ। ਹੁਣ ਬਾਬਾ ਜੀ ਨੇ ਤੇ ਆਪਣੇ ਸੁਭਾਅ ਮੁਤਾਬਕ ਗੱਲ ਕਰਤੀ, ਪਰ ਅੱਗੋਂ ਸੁਣਿਓ ਅਗਲੀਆਂ ਪਿਛਲੀਆਂ ਜਾਣਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਕਹਿੰਦੇ ਆ। ਹਾਂਜੀ। ਸ਼੍ਰੀ ਗੁਰ ਕਹਿਓ ਜੋ ਨਿਕਟ ਹਕਾਰਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਬਾਲਕ ਜੇ ਤੈਨੂੰ ਅਸੀਂ ਆਪਣੇ ਕੋਲ ਸੱਦਿਆ ਕੌਣ ਦੋਸ਼ ਇਸ ਵਿਖੈ ਨਿਹਾਰਾ। ਤੇ ਇਹਦੇ ਵਿੱਚ ਕਿਹੜਾ ਮਾੜਾ ਕੰਮ ਹੋ ਗਿਆ। ਮਹਾਰਾਜ ਕਹਿਣ ਲੱਗੇ ਇਹਦੇ ਵਿੱਚ ਕਿਹੜਾ ਮਾੜਾ ਕੰਮ ਹੋ ਗਿਆ। ਹਾਂਜੀ। ਮਿਲਨੇ ਬੋਲਨ ਆਪਨ ਪਰਾਈ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਿਲਣ ਦੇ ਨਾਲ ਹੀ ਆਪਣਿਆਂ ਦੀ ਸੋਝੀ ਪੈਂਦੀ ਹੈ ਨਾ। ਹੁਣ ਸਾਧ ਸੰਗਤ ਆਪਾਂ ਮਿਲੀਏ ਹੀ ਨਾ, ਬੋਲੀ ਤੋਂ ਪਤਾ ਨਹੀਂ ਲੱਗਦਾ। ਹੁਣ ਵੇਖੋ ਦਸਤਾਰ ਹੋਰ ਵੀ ਗੁਰਮੁਖਾਂ ਸਜਾਈ ਹੁੰਦੀ ਹੈ, ਪਰ ਜਿਹੜੇ ਪੰਜਾਬ ਸੂਬੇ ਤੋਂ ਬਾਹਰ ਦੇ ਆ ਉਹ ਥੋੜ੍ਹਾ ਹਿੰਦੀ ਵਿੱਚ ਜਾਂ ਉਹਨਾਂ ਦੀ ਬੋਲੀ 'ਚ ਫਰਕ ਪੈਂਦਾ। ਤੇ ਜਦੋਂ ਗੱਲਬਾਤ ਕਰੀਏ ਫਿਰ ਪਤਾ ਲੱਗ ਜਾਂਦਾ ਵੀ ਇਹ ਵੀ ਭਾਈ ਪੰਜਾਬੀ ਹੈ। ਮਿਲਣ ਤੋਂ ਹੀ ਪਤਾ ਲੱਗਦਾ ਹੈ ਨਾ, ਬੋਲਣ ਤੋਂ ਗੱਲਬਾਤ ਤੋਂ ਪਤਾ ਲੱਗਦਾ। ਮਹਾਰਾਜ ਕਹਿੰਦੇ ਬਾਲਕ ਆਪਣਿਆਂ ਨੂੰ ਆਵਾਜ਼ ਮਾਰੀ ਦੀ ਹੈ। ਹਾਂਜੀ। ਬੁੱਧ ਸੁਧ ਸਗਰੀ ਪਰੈ ਲਖਾਈ। ਸਾਰੀ ਬੁੱਧ ਸੁਧ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਨੂੰ ਆਵਾਜ਼ ਮਾਰਨ ਦਾ ਪਤਾ ਲੱਗਦੀ ਹੈ। ਹਾਂਜੀ। ਬੂੜਾ ਸੁਨ ਗਾ ਬੰਧਨ ਕਰਕੇ। ਉਹ ਬੂੜਾ ਪਹਿਲਾ ਨਾਮ ਹੈ ਬਾਬਾ ਬੁੱਢਾ ਜੀ ਦਾ, ਪਹਿਲਾ ਨਾਮ ਹੈ ਬੂੜਾ।
ਨਮਸਕਾਰ ਕਰਕੇ ਚਲੇ ਗਏ। ਬਦਿਓ ਪ੍ਰੇਮ ਉਰ ਰਹਿਓ ਵਿਚਰਕੈ। ਪਰ ਪਤਾ ਨਹੀਂ ਕੀ ਗੱਲ ਹੈ, ਬਾਬਾ ਬੁੱਢਾ ਸਾਹਿਬ ਜਦੋਂ ਦੇ ਗੁਰੂ ਨਾਨਕ ਸਾਹਿਬ ਕੋਲ ਹੋ ਕੇ ਆਏ ਹੈ, ਮਨ ਵਿੱਚ ਪਿਆਰ ਜਿਹਾ ਵੱਧ ਗਿਆ ਜੀ। ਇੱਕ ਗੱਲ ਚੇਤਾ ਰੱਖਿਓ, ਕਈ ਬੰਦੇ ਮਨ ਨੂੰ ਆਪੇ ਹੀ ਚੰਗੇ ਲੱਗਣ ਲੱਗ ਪੈਂਦੇ ਜੀ, ਤੇ ਜਿਨ੍ਹਾਂ ਵਿੱਚ ਫਾਲਟ ਹੋਵੇ, ਮੈਂ ਵੀ ਬੇਨਤੀ ਕਰਦਿਆਂ ਜਿਨ੍ਹਾਂ ਦੇ ਵਿੱਚ ਸਾਧ ਸੰਗਤ ਜੀ, ਜਿਨ੍ਹਾਂ ਦਾ ਸਾਡੀ ਆਤਮਾ ਨਾਲ ਮੇਲ ਨਾ ਹੋਵੇ, ਉਹ ਬੋਲਦੇ ਚਾਲਦੇ ਨਾਲ ਰਹਿੰਦੇ ਵੀ ਚੰਗੇ ਨਹੀਂ ਚ ਲੱਗਦੇ। ਤੇ ਕਈਆਂ ਨੂੰ ਇੱਕੋ ਵਾਰ ਮਿਲ ਕੇ ਬੜਾ ਹੀ ਚੰਗਾ ਲੱਗਦਾ ਹੈ। ਧੰਨ ਬਾਬਾ ਬੁੱਢਾ ਸਾਹਿਬ ਪਹਿਲੀ ਵਾਰੀ ਮਿਲੇ, ਜਾ ਰਹੇ ਆ ਵਾਪਸ, ਤੇ ਬੜੇ ਖੁਸ਼ ਨੇ ਬਾਬਾ ਬੁੱਢਾ ਜੀ। ਹਾਂਜੀ। ਸੰਧਿਆ ਲਉ ਨਿਜ ਅਜਾ ਚਰਾਈ, ਜਾਏ ਸਦਨ ਪੁਨ ਰੈਨ ਬਿਤਾਈ। ਤੇ ਸਾਧ ਸੰਗਤ ਜੀ ਸੰਧਿਆ ਤੱਕ, ਸ਼ਾਮਾਂ ਤੱਕ ਆਪਣੀਆਂ ਬੱਕਰੀਆਂ ਚਾਰਦੇ ਰਹੇ, ਮੁੜ ਆਪਣੇ ਪਿੰਡ ਵਿੱਚ ਆ ਗਏ। ਬਾਬਾ ਜੀ ਦਾ ਪਿੰਡ ਕਿਹੜਾ ਹੈ? ਧੰਨ ਬਾਬਾ ਬੁੱਢਾ ਜੀ ਦਾ ਪਿੰਡ ਹੈ ਕੱਥੂ ਨੰਗਲ। ਤੇ ਜੇ ਤੇ ਡੇਰੇ ਬਾਬਾ ਨਾਨਕ ਰਾਹੀਂ ਜਾਈਏ ਨਾ ਸ੍ਰੀ ਕਰਤਾਰਪੁਰ ਸਾਹਿਬ, ਤੇ ਦੂਰ ਹੈ, ਤੇ ਜੇ ਵਾਇਆ ਬਟਾਲਾ ਜਾਈਏ ਤੇ ਵਿੱਚੋਂ ਥੋੜਾ ਨੇੜੇ ਪੈ ਜਾਂਦਾ ਹੈ, ਨੇੜੇ ਹੈ। ਤੇ ਉਸ ਸਮੇਂ, ਅੱਜ ਤੇ ਸਾਨੂੰ ਤੁਰਨਾ ਔਖਾ ਲੱਗਦਾ ਹੈ, ਉਸ ਸਮੇਂ ਲੋਕ ਬੜਾ ਤੁਰ ਲੈਂਦੇ ਸਨ। ਤੇ ਬਾਬਾ ਬੁੱਢਾ ਜੀ ਬੱਕਰੀਆਂ ਚਾਰਦੇ ਚਾਰਦੇ ਕਰਤਾਰਪੁਰ ਸਾਹਿਬ ਲਾਗੇ ਜਾਂਦੇ ਹੁੰਦੇ ਸਨ, ਤੁਸੀਂ ਆਪੇ ਹੀ ਅੰਦਾਜ਼ਾ ਲਾ ਲਓ। ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਵਾਪਸ ਆਏ ਹੈ, ਆਪਣੇ ਘਰ ਵਿੱਚ ਰਾਤ ਬਤੀਤ ਕੀਤੀ ਹੈ। ਹਾਂਜੀ। ਸ਼੍ਰੀ ਅੰਗਦ ਸੁਨੀਐ ਕਹਿ ਬਾਲਾ, ਮੈਂ ਤਬ ਬੂਝਨ ਕਰੇ ਕਿਰਪਾਲਾ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਸਾਹਿਬ, ਬਾਲਕ ਤੇ ਚਲੇ ਗਿਆ, ਪਰ ਮੈਂ ਗੁਰੂ ਨਾਨਕ ਸਾਹਿਬ ਨੂੰ ਪਿੱਛੋਂ ਬੇਨਤੀ ਕੀਤੀ, ਇਹ ਬਾਲਕ ਜੋ ਨਿਕਟ ਬੁਲਾਵਾ, ਤਿਹ ਸੋ ਬਚਨ ਬਿਲਾਸ ਅਲਾਵਾ। ਮਹਾਰਾਜ ਉਹ ਬੱਚਾ ਕੌਣ ਸੀ ਮਹਾਰਾਜ, ਜਿਹਨੂੰ ਤੁਸੀਂ ਕੋਲ ਸੱਦਿਆ? ਕੰਮ ਵੀ ਕੋਈ ਨਹੀਂ ਮਹਾਰਾਜ, ਉਹ ਕਹਿੰਦਾ ਮੇਰੇ ਨਾਲ ਕੰਮ ਨਹੀਂ ਸੀ, ਤੇ ਸੱਦਿਆ ਕਿਉਂ? ਮਹਾਰਾਜ ਤੁਸੀਂ ਬਚਨ ਬਿਲਾਸ ਵੀ ਕੀਤੇ ਉਹਦੇ ਨਾਲ। ਹਾਂਜੀ। ਕੌਣ ਆਹ ਕਿਉਂ ਨਿਕਟ ਹਕਾਰਾ। ਪਰ ਮਹਾਰਾਜ ਜੇ ਤੁਸੀਂ ਸੱਦਿਆ ਨਾ, ਕੋਈ ਨਾ ਕੋਈ ਗੱਲ ਤੇ ਹੋਏਗੀ। ਭਾਈ ਬਾਲਾ ਜੀ ਨੂੰ ਭਰੋਸਾ ਹੈ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਕੋਈ ਨਾ ਕੋਈ ਗੱਲ ਹੋਏਗੀ, ਉਹ ਬੱਚਾ ਕੌਣ ਹੈ? ਤੇ ਮਹਾਰਾਜ ਆਪ ਜੀ ਨੇ ਨੇੜੇ ਸੱਦਿਆ, ਕੀ ਕਾਰਨ ਸੀਗਾ? ਹਾਂਜੀ। ਮੁਝੇ ਬਿਰਤੰਤ ਸੁਨਾਵੋ ਸਾਰਾ। ਹੇ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਕਿਰਪਾ ਕਰਕੇ ਮੈਨੂੰ ਸਾਰੀ ਗੱਲ ਦੱਸੋ। ਪ੍ਰਭੂ ਭਨਿਓ ਇਹੋ ਹੈ ਮਤਵੰਤਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਭਾਈ ਬਾਲਾ ਇਹ ਬਾਲਕ ਨਹੀਂ ਹੋਏਗਾ, ਇਹ ਬੱਚਾ ਨਹੀਂ ਹੈਗਾ, ਇਹ ਬੜਾ ਬੁੱਧੀਵਾਨ ਹੈ। ਮਹਾਰਾਜ ਕਹਿਣ ਲੱਗੇ, ਇਹ ਬੜਾ ਸਿਆਣਾ ਹੈ, ਬਹੁਤ ਸਿਆਣਾ ਹੈ। ਹਾਂਜੀ। ਕਿਤਕ ਦਿਵਸ ਮਹਿ ਪੂਰਨ ਸੰਤਾ। ਬਸ ਵੇਖੀ ਥੋੜੇ ਸਮੇਂ ਵਿੱਚ ਹੀ ਇਹਨੇ ਸੰਤ ਬਣ ਜਾਣਾ, ਤੇ ਸੰਤ ਵੀ ਪੂਰਨ ਬਣਨਾ ਹੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੂਰਨ ਸੋਈ ਸੰਤ ਬਣਨਾ ਮਹਾਰਾਜ ਕਹਿਣ ਲੱਗੇ ਇਹਨੇ। ਹਾਂਜੀ। ਹਵੈ ਸਿੱਖੀ ਕੋ ਸਦਨ ਵਿਸਾਲਾ। ਤੇ ਮਹਾਰਾਜ ਕਹਿਣ ਲੱਗੇ, ਭਾਈ ਬਾਲੇ ਇਹਦੇ ਤੋਂ ਵੱਡਾ ਸਿੱਖ ਨਹੀਂ ਹੋ ਕੋਈ ਹੋਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਾਸ ਨੇ ਅੱਗੇ ਵੀ ਸ਼ਾਇਦ ਇੱਕ ਦਿਨ ਬਾਬਾ ਦੀਪ ਸਿੰਘ ਜੀ ਦੀ ਕਥਾ ਕਰਦਿਆਂ ਬੇਨਤੀ ਕੀਤੀ ਸੀ ਜੀ, ਜਦੋਂ ਪਹਿਲੀ ਵਾਰੀ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਏ ਸਨ, ਸਤਿਗੁਰੂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ, ਅੱਜ ਤੇ ਇਹ ਬੱਚਾ ਇੰਝ ਸਾਡੇ ਕੋਲ ਆ ਰਿਹਾ ਹੈ, ਪਰ ਇੱਕ ਸਮਾਂ ਆਏਗਾ, ਸਿਰ ਵੱਖਰਾ ਹੋਏਗਾ, ਧੜ ਵੱਖਰਾ ਹੋਏਗਾ, ਤਾਂ ਵੀ ਸਾਡੀ ਹਜ਼ੂਰੀ ਵਿੱਚ ਚੱਲ ਕੇ ਆਏਗਾ। ਅੱਜ ਬਾਬਾ ਬੁੱਢਾ ਸਾਹਿਬ ਆਏ ਤੇ ਗੁਰੂ ਨਾਨਕ ਸਾਹਿਬ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਬਾਲਿਆ ਇਹਦੇ ਤੋਂ ਵੱਡਾ ਸਿੱਖ ਨਹੀਂ ਹੋ ਕੋਈ ਹੋਣਾ। ਹਾਂਜੀ। ਹਵੈ ਸਿੱਖੀ ਕੋ ਸਦਨ ਵਿਸਾਲਾ। ਇਹ ਸਿੱਖੀ ਦਾ ਵੱਡਾ ਘਰ ਹੋਏਗਾ,
ਭਾਵ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਿੱਖੀ ਹੋਵੇਗੀ। ਸ਼ਵੈ ਨਾ ਸਕੈ ਮਨ ਵਿਸ਼ੈ ਜੰਜਾਲਾ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤੇ ਪਿਆਰ ਨਾਲ ਨਾ ਹੱਥ ਜੋੜ ਕੇ ਇੱਕ ਵਾਰੀ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਦੇ ਬਾਰੇ ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਹੈ, ਬਾਲਿਆ ਇਹ ਇੰਨਾ ਵੱਡਾ ਸਿੱਖ ਬਣਨਾ ਹੈ। ਮਹਾਰਾਜ ਕਹਿਣ ਲੱਗੇ ਇਹਨੂੰ ਵਕਾਰ ਲੇਸ਼ ਮਾਤਰ ਵੀ ਛੂਹ ਨਹੀਂ ਸਕਣਗੇ। ਸਾਧ ਸੰਗਤ, ਨਾ ਬਾਬਾ ਬੁੱਢਾ ਸਾਹਿਬ ਵਿੱਚ ਕਾਮ, ਨਾ ਬਾਬਾ ਬੁੱਢਾ ਸਾਹਿਬ ਵਿੱਚ ਕ੍ਰੋਧ, ਨਾ ਬਾਬਾ ਬੁੱਢਾ ਸਾਹਿਬ ਵਿੱਚ ਹੰਕਾਰ, ਕੋਈ ਵਿਕਾਰ ਵੀ ਨਹੀਂ ਬਾਬਾ ਬੁੱਢਾ ਸਾਹਿਬ ਵਿੱਚ। ਮਹਾਰਾਜ ਕਹਿਣ ਲੱਗੇ ਆ ਇਹਨੂੰ ਲੇਸ਼ ਮਾਤਰ ਵੀ ਵਿਕਾਰ ਜਿਹੜੇ ਆ ਉਹ ਛੋਹ ਨਹੀਂ ਸਕਣਗੇ। ਜੀਵਨ ਮੁਕਤ ਅਵਸਥਾ ਪਾਵੈ ਹੈ। ਜੀਂਦਿਆਂ ਹੀ ਮੁਕਤ ਹੋਏਗਾ। ਮਹਾਰਾਜ ਕਹਿਣ ਲੱਗੇ ਇਹਨੇ ਇੰਨਾ ਵੱਡਾ ਸੰਤ ਬਣਨਾ, ਜੀਵਨ ਮੁਕਤ ਅਵਸਥਾ ਮਿਲੇਗੀ। ਹਾਂਜੀ। ਆਪਣੇ ਬਚ ਸੋ ਅਵਰ ਤਰਾਵੈ ਹੈ। ਆਪ ਤੇ ਤਰੇਗਾ, ਪਰ ਇਹਦੇ ਬਚਨਾਂ ਦੇ ਨਾਲ ਹੋਰ ਵੀ ਬੜੇ ਤਰਨਗੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਪਿਆਰ ਨਾਲ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਦੇ ਬਾਰੇ ਮਹਾਰਾਜ ਕਹਿ ਰਹੇ। ਤੇ ਧੰਨ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ, ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲਏਗਾ ਨਾ ਉਹਦੀਆਂ ਮੁਸ਼ਕਲਾਂ ਦੂਰ ਹੋ ਜਾਇਆ ਕਰਨਗੀਆਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਆਪ ਤੇ ਬੱਚਾ ਤਰੇਗਾ, ਇਹਨੇ ਹੋਰਨਾਂ ਨੂੰ ਬੜਿਆਂ ਨੂੰ ਤਾਰਨਾ। ਹਾਂਜੀ। ਮੈਂ ਬੋਲਿਓ ਜੇ ਹਵਾ ਹੈ ਐਸੋ। ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਫਿਰ ਜੇ ਇਹ ਬੱਚਾ ਇਸ ਤਰ੍ਹਾਂ ਦਾ ਹੈ, ਹਾਂਜੀ, ਕਿਉਂ ਸਸ਼ੰਕ ਪੁਸ਼ ਕਾਰਜ ਕੈਸੋ। ਤੇ ਮਹਾਰਾਜ ਫਿਰ ਇਹ ਸ਼ੰਕਾ ਜੀ ਦੇ ਵਿੱਚ ਕਿਉਂ ਰਿਹਾ? ਇਹਨੇ ਇਹ ਕਿਉਂ ਕਿਹਾ ਵੀ ਜੇ ਮੇਰੇ ਨਾਲ ਕੰਮ ਨਹੀਂ ਸੀ ਤੇ ਮੈਨੂੰ ਸੱਦਿਆ ਕਿਉਂ? ਹਾਂਜੀ। ਸੁਨ ਪੁਨ ਭਾਖਿਓ ਦਇਆ ਆਵਾਸਾ। ਅਬ ਲੋ ਭਰਿਓ ਨਾ ਹਿਰਦੈ ਪ੍ਰਕਾਸ਼ਾ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਬਾਲਿਆ ਅਜੇ ਇਹਦੇ ਅੰਦਰ ਚਾਨਣ ਨਹੀਂ ਹੋਇਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਮਾਈ ਬੜੀ ਹੈ ਇਹਦੀ, ਪਿਛਲੇ ਜਨਮਾਂ ਦਾ ਬੜਾ ਜਪ ਤਪ ਹੈ, ਪਰ ਅਜੇ ਇਹਦੇ ਅੰਦਰ ਚਾਨਣ ਨਹੀਂ ਹੋਇਆ। ਅਜੇ ਇਹਦੇ ਅੰਦਰ ਚਾਨਣ ਨਹੀਂ ਹੋਇਆ। ਹੁਣ ਇਹਦਾ ਭਾਵ ਸਮਝਿਓ। ਕਈ ਵਾਰੀ ਬੰਦਿਆਂ ਨੇ ਪਿਛਲੇ ਜਨਮਾਂ ਵਿੱਚ ਬੜਾ ਜਪ ਤਪ ਕੀਤਾ ਹੁੰਦਾ ਹੈ, ਪਰ ਇਸ ਜਨਮ ਵਿੱਚ ਉਹਨਾਂ ਦਾ ਹੋਰ ਹੀ ਤਰ੍ਹਾਂ ਦਾ ਜੀਵਨ ਹੁੰਦਾ ਹੈ। ਪਰ ਜਦੋਂ ਗੁਰੂ ਸਾਹਿਬ ਮਿਲ ਪੈਂਦੇ ਆ ਨਾ, ਫਿਰ ਸਾਧ ਸੰਗਤ ਜੀ ਉਹ ਜਿਹੜੀ ਪਿਛਲੇ ਜਨਮਾਂ ਦੀ ਬੰਦਗੀ ਆ ਫਿਰ ਪ੍ਰਗਟ ਹੁੰਦੀ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਆ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਮਨ ਨੂੰ ਜੰਦਰਾ ਲੱਗਿਆ ਹੁੰਦਾ ਹੈ, ਪਿਛਲੇ ਜਨਮਾਂ ਦੀ ਕਮਾਈ ਹੁੰਦੀ ਹੈ, ਜਿੰਦਰਾ ਲੱਗਿਆ ਹੁੰਦਾ ਹੈ। ਪੂਰੇ ਗੁਰੂ ਮਿਲਦੇ ਆ, ਉਹ ਜੰਦਰਾ ਖੋਲ ਦਿੰਦੇ ਆ। ਇਹ ਇਸੇ ਤਰ੍ਹਾਂ ਹੀ ਹੈ ਵੀ ਅੰਦਰ ਦੀਵੇ ਦੇ ਵਿੱਚ ਘਿਓ ਤਾਂ ਪਹਿਲਾਂ ਹੀ ਹੈ, ਡੀਟ ਵੀ ਪਈ ਹੋਈ ਹੈ। ਬਸ ਬਾਹਰੋਂ ਆ ਕੇ ਕਿਸੇ ਨੇ ਸਾਧ ਸੰਗਤ ਜੀ ਮਾੜੀ ਜੀ ਚਿੰਗਿਆੜੀ ਲਾਉਣੀ ਹੈ, ਦੀਵੇ ਨੇ ਜਗ ਜਾਣਾ ਹੈ। ਮਹਾਰਾਜ ਕਹਿੰਦੇ, ਬਾਲਿਆ ਇਹਦੀ ਕਮਾਈ ਤੇ ਬੜੀ ਹੈ, ਪਰ ਬਾਲਿਆ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਜੇ ਇਹਨੂੰ ਚਾਨਣ ਨਹੀਂ ਹੋਇਆ। ਤੇ ਚਾਨਣ ਕਿਵੇਂ ਹੋਣਾ ਸੀ? ਮਹਾਰਾਜ ਕਹਿੰਦੇ ਅਸੀਂ ਇਹਦੇ ਵੱਲ ਵੇਖਣਾ ਸੀ, ਇਹਨੇ ਸਾਡੇ ਵੱਲ ਵੇਖਣਾ ਸੀ, ਪਿਛਲੀ ਕਮਾਈ ਪ੍ਰਗਟ ਹੋ ਜਾਣੀ ਹੈ। ਹਾਂਜੀ। ਬਿਗਸੇ ਕਮਲ ਤਬੈ ਲਿਓ ਪੇਖੀ। ਹਾਂਜੀ। ਦਿਵ ਦ੍ਰਿਸ਼ਟ ਜਹ ਹੋਏ ਵਿਸ਼ੇਖੀ। ਬਿਗਸੇ ਕਮਲ ਤਬਹਿ ਇਹੋ ਪੇਖੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਹੁਣ ਵੇਖੀ ਇਹਦਾ ਹਿਰਦਾ ਖਿੜ ਜਾਣਾ। ਮਹਾਰਾਜ ਕਹਿਣ ਲੱਗੇ ਹਾਂਜੀ। ਕਬ ਲਾਓ ਇਸ ਮੈਂ ਹੋਏ ਪ੍ਰਕਾਸ਼ਾ, ਮੋਹਿ ਬਤਾਵੋ ਦਿਓ ਸੁਖ ਰਾਸਾ। ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਕਦੋਂ ਕੁ ਨੂੰ ਇਹਦਾ ਚਾਨਣ ਹੋਣਾ ਇਹਦੇ ਅੰਦਰ? ਮਹਾਰਾਜ ਮੈਨੂੰ ਦੱਸੋ ਕਿਰਪਾ ਕਰਕੇ।
ਹਾਂਜੀ। ਗੁਰ ਕਹੈ ਇਤੀ ਹੁਤੀ ਅਬ ਦੇਰਾ। ਮਹਾਰਾਜ ਕਹਿੰਦੇ ਬਸ ਇੰਨੀ ਦੇਰ ਹੀ ਸੀਗੀ। ਕਿੰਨੀ ਦੇਰ ਸੀਗੀ? ਹਾਂਜੀ। ਬੋਲਨ ਮਿਲਨ ਦਰਸ ਕੋ ਹੇਰਾ। ਬਸ ਇਹਨੇ ਸਾਨੂੰ ਵੇਖਣਾ ਸੀ, ਅਸੀਂ ਇਹਨੂੰ ਵੇਖਣਾ ਸੀ। ਇੰਨਾ ਹੀ ਕੰਮ ਸੀਗਾ ਮਹਾਰਾਜ ਕਹਿਣ ਲੱਗੇ, ਜ਼ਿਆਦਾ ਕੰਮ ਨਹੀਂ ਸੀ। ਹਾਂਜੀ। ਭਲਕ ਬਿਲੋਕੋ ਕਸ ਹੋਇ ਠਾਟਾ। ਹਾਂਜੀ। ਖੁੱਲੈ ਮੋਕੇ ਬਿਕਟ ਕਪਾਟਾ। ਮਹਾਰਾਜ ਕਹਿੰਦੇ ਭਲ ਕੇ ਵੇਖੀ, ਕੱਲ ਵੇਖੀ ਬਾਲੇ, ਇਹ ਬੱਚਾ ਕੱਲ ਸਾਡੇ ਕੋਲ ਆਏਗਾ ਪਰ ਅੱਜ ਵਰਗਾ ਨਹੀਂ ਹੋਏਗਾ, ਕੱਲ ਬਦਲਿਆ ਹੋਏਗਾ। ਮਹਾਰਾਜ ਕਹਿਣ ਲੱਗੇ। ਹਾਂਜੀ। ਬਾਹਰੋਂ ਭੋਰ ਜਬੈ ਹੋਏ ਆਈ। ਇਹਦੇ ਮੋਹ ਦੇ ਕਵਾੜ ਖੁੱਲ ਜਾਣੇ ਆ। ਔਰ ਵਾਕਈ ਬਾਬਾ ਬੁੱਢਾ ਸਾਹਿਬ ਮਹਾਰਾਜ ਨੂੰ ਮਿਲ ਕੇ ਘਰ ਗਏ ਤੇ ਸਾਰੀ ਰਾਤ ਨੀਂਦ ਨਾ ਆਈ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਾਰ-ਬਾਰ ਮਹਾਰਾਜ ਚਿਹਰੇ ਦੇ ਸਾਹਮਣੇ ਆਉਣ, ਬਾਰ-ਬਾਰ ਗੁਰੂ ਸਾਹਿਬ ਦੀ ਗੱਲ ਚੇਤਾ ਆਵੇ ਵੀ ਆਪਣਿਆਂ ਨੂੰ ਹੀ ਸੱਦੀਦਾ। ਤੇ ਸਾਧ ਸੰਗਤ ਬਸ ਇਸੇ ਬਾਰ-ਬਾਰ ਜਿਹੜਾ ਚੇਤਾ ਸੀ ਨਾ, ਉਹਨੇ ਪਿਛਲੇ ਜਨਮਾਂ ਦੀ ਕਮਾਈ ਜਿਹੜੀ ਉਹ ਪ੍ਰਗਟ ਕਰ ਦਿੱਤੀ ਜੀ, ਪ੍ਰਗਟ ਕਰ ਦਿੱਤੀ। ਤੇ ਅੰਮ੍ਰਿਤ ਵੇਲਾ ਜਦੋਂ ਹੋਇਆ, ਬਾਬਾ ਬੁੱਢਾ ਸਾਹਿਬ ਜੀ ਆਪਣੇ ਮੰਜੇ ਤੋਂ ਉੱਠੇ। ਮਾਖਨ ਬਾਸਨ ਲੀਨ ਉਚਾਈ। ਤੇ ਬੱਕਰੀਆਂ ਚਰਾਉਣ ਲਈ ਤੁਰੇ। ਤੇ ਮਨ ਵਿੱਚ ਸੋਚਿਆ ਅੱਜ ਫਿਰ ਉਹਨਾਂ ਦੇ ਕੋਲ ਜਾਣਾ। ਹੁਣ ਅੱਜ ਤਾਂ ਨਹੀਂ ਮਹਾਰਾਜ ਨੇ ਸੱਦਿਆ, ਪਰ ਕਮਾਈ ਪ੍ਰਗਟ ਹੋ ਗਈ ਜੀ। ਇਸੇ ਕਰਕੇ ਜਿਨ੍ਹਾਂ ਦੀ ਪੂਰਬਲੀ ਕਮਾਈ ਪ੍ਰਗਟ ਹੋ ਜਾਂਦੀ, ਫਿਰ ਉਹ ਛੱਡ ਨਹੀਂ ਸਕਦੇ ਜੀ। ਕਮਾਈ ਪ੍ਰਗਟ ਹੋ ਗਈ ਤੇ ਮਨ ਵਿੱਚ ਸੋਚਿਆ ਅੱਜ ਮੈਂ ਫੇਰ ਉਹਨਾਂ ਦੇ ਕੋਲ ਜਾਵਾਂਗਾ, ਤੇ ਜੇ ਜਾਣਾ ਤੇ ਖਾਲੀ ਹੱਥ ਨਹੀਂ ਜਾਣਾ। ਤੇ ਸਾਧ ਸੰਗਤ ਜੀ ਇੱਕ ਬਰਤਨ ਵਿੱਚ ਮੱਖਣ ਪਾ ਕੇ ਰੱਖਿਆ ਸੀ ਮਾਂ ਨੇ, ਬਾਬਾ ਬੁੱਢਾ ਸਾਹਿਬ ਨੇ ਉਹੀ ਚੁੱਕ ਲਿਆ ਜੀ। ਹਾਂਜੀ। ਮਾਤ ਪਿਤਾ ਤੈ ਕਰਕੇ ਚੋਰੀ। ਮਾਂ ਪਿਓ ਨੂੰ ਨਹੀਂ ਦੱਸਿਆ, ਮਾਂ ਪਿਓ ਨੂੰ ਨਹੀਂ ਦੱਸਿਆ, ਉਹਨਾਂ ਤੋਂ ਚੋਰੀ ਲੈ ਲਿਆ। ਹਾਂਜੀ। ਸਕਟਿਓ ਘਰ ਤੇ ਪ੍ਰਭੂ ਜਿਸ ਠੌਰੀ। ਤੇ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਉਸ ਪਾਸੇ ਤੁਰ ਪਏ ਜਿੱਧਰ ਧੰਨ ਗੁਰੂ ਨਾਨਕ ਸਾਹਿਬ ਬੈਠੇ ਆ। ਤੇ ਅੱਜ ਬੱਕਰੀਆਂ ਨਹੀਂ ਲਈਆਂ ਜੀ ਨਾਲ ਜੀ, ਅੱਜ ਇਕੱਲੇ ਹੀ ਤੁਰ ਪਏ ਜੀ। ਹਾਂਜੀ। ਤੂਰਨ ਬੂੜਾਪੁਰ ਕਰਤਾਰਾ। ਹਾਂਜੀ। ਆਏ ਬਿਲੋਕੇ ਮੋਖ ਦੁਆਰਾ। ਤੇ ਧੰਨ ਬਾਬਾ ਬੁੱਢਾ ਸਾਹਿਬ ਛੇਤੀ ਤੁਰ ਰਹੇ ਹੈ ਤੇ ਕਰਤਾਰਪੁਰ ਸਾਹਿਬ ਆ ਰਹੇ ਹੈ। ਉਧਰ ਗੁਰੂ ਨਾਨਕ ਸਾਹਿਬ ਨੂੰ ਵੀ ਪਤਾ ਲੱਗ ਗਿਆ ਵੀ ਉਹ ਬਾਲਕ ਆ ਰਿਹਾ ਹੈ। ਮਹਾਰਾਜ ਭਾਈ ਬਾਲਾ ਜੀ ਦੇ ਨਾਲ ਰਲ ਕੇ ਪਹਿਲਾਂ ਹੀ ਉਸ ਥਾਂ ਤੇ ਆ ਕੇ ਬੈਠ ਗਏ। ਹਾਂਜੀ। ਮਾਖਨ ਬਾਸਨ ਅਗਰਜ਼ ਧਰ ਕੇ। ਆ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੇ ਸਤਿਗੁਰੂ ਜੀ ਦੇ ਅੱਗੇ ਉਹ ਬਰਤਨ ਰੱਖ ਦਿੱਤਾ ਮੱਖਣ ਵਾਲਾ। ਬੈਠਿਓ ਨਿਕਟ ਬੰਦਨਾ ਕਰਕੇ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਲਾਗੇ ਬੈਠ ਗਏ ਜੀ। ਮੱਖਣ ਅੱਗੇ ਰੱਖ ਕੇ ਨਾ ਲਾਗੇ ਬੈਠ ਗਏ। ਹੁਣ ਗੱਲ ਧਿਆਨ ਨਾਲ ਸੁਣਿਓ, ਅੱਜ ਨਹੀਂ ਮਹਾਰਾਜ ਨੇ ਸੱਦਿਆ ਜੀ, ਅੱਜ ਆਪੇ ਆ ਗਏ ਜੀ। ਹਾਂਜੀ। ਮੁਸਕਾਨੇ ਪ੍ਰਭ ਬਚਨ ਅਲਾਇਓ। ਮਹਾਰਾਜ ਬਾਬਾ ਜੀ ਵੱਲ ਵੇਖਣ, 12 ਸਾਲਾਂ ਦੀ ਉਮਰ, ਤੇ ਮਹਾਰਾਜ ਮੁਸਕਰਾ ਕੇ ਬਚਨ ਕਰਨ। ਮਾਖਨ ਬਾਸਨ ਕਹਤੇ ਲਿਆਇਓ। ਮਹਾਰਾਜ ਕਹਿੰਦੇ ਬਾਲਕ ਆ ਮੱਖਣ ਦਾ ਭਾਂਡਾ ਕਿੱਥੋਂ ਲੈ ਆਂਦਾ? ਹਾਂਜੀ। ਸੁਨੋ ਤਪਾ ਜੀ ਰਾਵ ਰਹੇਤਾ। ਘ੍ਰਿਤ ਆਨਿਓ ਮੈਂ ਆਪਨ ਨਕੇਤਾ। ਤੇ ਕਹਿਣ ਲੱਗੇ, ਬਾਲਕ ਨੇ ਆਖਿਆ, ਭਾਵ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਮੈਂ ਆਪਣੇ ਘਰੋਂ ਲਿਆਂਦਾ, ਸੱਚੇ ਪਾਤਸ਼ਾਹ ਤੁਹਾਡੇ ਵਾਸਤੇ ਲਿਆਂਦਾ। ਵੇਖ ਲਓ, ਜਿਹੜਾ ਆਪਣਾ ਲੱਗੇ ਨਾ ਬੰਦੇ ਨੂੰ, ਬੰਦਾ ਆਪੇ ਹੀ ਲਈ ਆਉਂਦਾ ਜੀ, ਆਪੇ ਲਈ ਆਉਂਦਾ ਜੀ। ਹਾਂਜੀ। ਦਰਸ ਸੰਤ ਗੁਰ ਸ਼ੂਸ਼ ਨਾ ਜਾਣਾ। ਮੈਂ ਸੁਣਿਆ ਸੰਤਾਂ ਕੋਲ ਤੇ ਗੁਰੂਆਂ ਕੋ ਖਾਲੀ ਹੱਥ ਨਹੀਂ ਜਾਈਦਾ। ਹਾਂਜੀ। ਅਸ ਵਿਚਾਰ ਉਰ ਬਿਖੈ ਉਠਾਨਾ। ਇਹ ਵਿਚਾਰ ਕਰਕੇ ਮੈਂ ਇਹ ਲੈ ਕੇ ਆਇਆ ਮਹਾਰਾਜ, ਔਰ ਘਰੋਂ ਚੁੱਕ ਕੇ ਲਿਆਂਦਾ, ਭਾਵ ਚੋਰੀ ਲਿਆਂਦਾ, ਮਾਂ ਪਿਓ ਨੂੰ ਨਹੀਂ ਦੱਸਿਆ। ਹਾਂਜੀ। ਭੋ ਬਾਲਕ ਹੈ ਲਘੂ ਤੁਨ ਤੇਰਾ। ਮਹਾਰਾਜ ਕਹਿੰਦੇ ਬਾਲਕ
ਤੇਰਾ ਸਰੀਰ ਅਜੇ ਛੋਟਾ ਮਹਾਰਾਜ ਕਹਿੰਦੇ। ਹਾਂਜੀ। ਨਿਸ਼ਚੈ ਕਰ ਕੋ ਘਰ ਨਿਜ ਹੇਰਾ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਵੀ ਤੂੰ ਆਪਣੇ ਘਰੋਂ ਚੋਰੀ ਲੈ ਆਂਦਾ ਸਾਡੇ ਵਾਸਤੇ ਪਦਾਰਥ। ਹਾਂਜੀ। ਜਿਸ ਮੈਂ ਫਸ ਕੈ ਨਿਕਸਨ ਭਾਰੀ। ਹਾਂਜੀ। ਜਾਨ ਮੀਲ ਕੀ ਰੀਤ ਵਿਚਾਰੀ। ਮਹਾਰਾਜ ਕਹਿਣ ਲੱਗੇ ਪਰ ਤੇਰੀ ਉਮਰ ਛੋਟੀ ਹੈ, ਇਸੇ ਕਰਕੇ ਤੂੰ ਆਪਣੇ ਘਰ ਨੂੰ ਅਸਲ ਆਪਣਾ ਘਰ ਸਮਝਦਾ ਹੈ। ਉਹ ਘਰ ਅਸਲ ਨਹੀਂ ਹੈ, ਉਹ ਘਰ ਅਸਲ ਨਹੀਂ ਹੈ। ਜਿਹੜਾ ਉਹਦੇ ਵਿੱਚ ਫਸ ਜਾਂਦਾ ਉਹ ਮਾਨੋ ਇਸ ਤਰ੍ਹਾਂ ਜਿਵੇਂ ਮੱਛਲੀ ਪਾਣੀ ਵਿੱਚ ਫਸ ਜਾਂਦੀ ਹੈ ਤੇ ਫਿਰ ਪਾਣੀ ਵਿੱਚੋਂ ਮੱਛਲੀ ਬਾਹਰ ਨਿਕਲਦੀ ਹੈ ਤੇ ਮਰ ਜਾਂਦੀ ਹੈ। ਜਿਸ ਬੰਦੇ ਨੂੰ ਪਰਿਵਾਰ ਦਾ ਮੋਹ ਪੈਂਦਾ ਉਹਦੀ ਹਾਲਤ ਵੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਹਾਂਜੀ। ਸਿਸ ਕਹੈ ਮਾਤ ਪਿਤਾ ਘਰ ਜੋ। ਮੈਂ ਪਹਿਚਾਨਿਓ ਆਪਣੋ ਸੋ। ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਜਿਹੜਾ ਮਾਂ ਪਿਓ ਦਾ ਘਰ ਹੈ ਉਹੋ ਹੀ ਮੇਰਾ ਘਰ ਹੈ ਨਾ, ਉਹੋ ਹੀ ਮੇਰਾ ਘਰ ਹੈ ਨਾ। ਹਾਂਜੀ। ਤਹ ਤੇ ਮਾਖਨ ਬਾਸਨ ਕੀਨੋ। ਆਨ ਉਪਾਇਨ ਤੁਮਰੀ ਕੀਨੋ। ਤੇ ਮਹਾਰਾਜ ਕਹਿਣ ਲੱਗੇ ਮਹਾਰਾਜ ਉਹਦੇ ਚੋਂ ਮੈਂ ਮੱਖਣ ਲੈ ਕੇ ਆਇਆ ਤੇ ਆਪਣੇ ਘਰ ਚੋਂ ਹੀ ਮੱਖਣ ਲਿਆਂਦਾ ਨਾ। ਮਹਾਰਾਜ ਕਹਿੰਦੇ ਬਾਲਕ ਲਿਆਂਦਾ ਤੇ ਚੋਰੀ ਹੈ ਨਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਲਿਆਂਦਾ ਤੇ ਚੋਰੀ ਹੈ ਨਾ। ਹਾਂਜੀ। ਭੋਰ ਉਠਤ ਭੀ ਚੌਪ ਨਵੀਨੀ। ਹਾਂਜੀ। ਆਵਨ ਲੱਗੇ ਨਾ ਸੁਧ ਕਿਨ ਦੀਨੀ। ਮਹਾਰਾਜ ਕਹਿਣ ਲੱਗੇ ਤੂੰ ਆਉਣ ਲੱਗਿਆ ਸੁਧ ਨਹੀਂ ਦਿੱਤੀ ਕਿਸੇ ਨੂੰ? ਕਹਿਣ ਲੱਗਾ ਨਹੀਂ ਮਹਾਰਾਜ। ਹਾਂਜੀ। ਦੋਹਰਾ ਭੋ ਬਾਲਿਕ ਪਿਤ ਮਾਤ ਤੇ ਆਨਿਓ ਘ੍ਰਿਤ ਚੁਰਾਏ। ਮਹਾਰਾਜ ਕਹਿੰਦੇ ਫਿਰ ਬਾਲਕਾ ਇੱਕ ਗੱਲ ਤੇ ਪੱਕੀ ਹੈ, ਭਾਵੇਂ ਤੂੰ ਮੱਖਣ ਸਾਡੇ ਵਾਸਤੇ ਲਿਆਂਦਾ ਪਰ ਲਿਆਂਦਾ ਤੇ ਚੋਰੀ ਹੈ ਨਾ। ਹਾਂਜੀ। ਬਾਹਰੋ ਜੇ ਘਰ ਜਾਵਈ ਮਾਰਹਿ ਤੋਹੇ ਰਿਸਾਏ। ਹੁਣ ਤੂੰ ਜਦੋਂ ਘਰ ਜਾਏਗਾ ਉਹਨਾਂ ਨੂੰ ਪਤਾ ਲੱਗਣਾ, ਉਹਨਾਂ ਤੈਨੂੰ ਮਾਰਨਾ, ਉਹਨਾਂ ਨੇ ਤੈਨੂੰ ਗੁੱਸੇ ਹੋਣਾ। ਹਾਂਜੀ। ਚੌਪਈ ਇਹ ਮਾਖਨ ਹਮ ਲੇਵੈ ਨਾਹੀ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਨਾ ਬਾਲਕ ਅਸੀਂ ਇਹ ਮੱਖਣ ਨਹੀਂ ਲੈ ਸਕਦੇ। ਹਾਂਜੀ। ਗਮਨੋ ਲੈ ਆਪਣੇ ਘਰ ਮਾਹੀ। ਤੇ ਜਾ ਆਪਣੇ ਘਰ ਵਾਪਸ ਲੈ ਜਾ ਮੱਖਣ। ਹਾਂਜੀ। ਪਹੁੰਚਿਓ ਹਮਕੋ ਤੈਂ ਜੋ ਲਿਆਏ। ਮਹਾਰਾਜ ਕਹਿਣ ਲੱਗੇ ਬਾਲਕ ਸਮਝ ਲਾ ਤੇਰਾ ਲਿਆਂਦਾ ਮੱਖਣ ਸਾਡੇ ਕੋ ਪਹੁੰਚ ਗਿਆ ਪਰ ਅਸੀਂ ਇਹ ਮੱਖਣ ਰੱਖ ਨਹੀਂ ਸਕਦੇ। ਹਾਂਜੀ। ਹਵੈ ਪ੍ਰਸੰਨ ਦੇਖਿਓ ਉਰ ਭਾਏ। ਤੇ ਮਹਾਰਾਜ ਖੁਸ਼ ਹੋ ਕੇ ਉਸ ਬੱਚੇ ਵੱਲ ਵੇਖ ਰਹੇ ਆ ਤੇ ਗੱਲਾਂ ਕਰ ਰਹੇ ਆ। ਹਾਂਜੀ। ਸੁਣ ਕੇ ਬੂੜਾ ਰੋਵਨ ਲੱਗਾ। ਤੇ ਧੰਨ ਬਾਬਾ ਬੁੱਢਾ ਸਾਹਿਬ, ਪਹਿਲਾ ਨਾਮ ਬੂੜਾ, ਰੋਣ ਹੀ ਲੱਗ ਪਏ ਜੀ। ਗੁਰੂ ਨਾਨਕ ਸਾਹਿਬ ਦੀ ਗੱਲ ਸੁਣ ਕੇ ਨਾ ਮਹਾਰਾਜ ਕਹਿੰਦੇ ਅਸੀਂ ਨਹੀਂ ਮੱਖਣ ਰੱਖਣਾ ਤੇ ਬਾਬਾ ਜੀ ਰੋਣ ਹੀ ਲੱਗ ਪਏ ਜੀ। ਹਾਂਜੀ। ਪ੍ਰੇਮ ਬ੍ਰਹੈ ਔਰ ਅੰਤਰ ਜਾਗਾ। ਮਨ ਵਿੱਚ ਵਿਛੋੜਾ ਪਿਆਰ ਜਿਹੜਾ ਉਹ ਬੈਰਾਗ ਦਾ ਰੂਪ ਧਾਰਨ ਕਰ ਲਿਆ ਉਹਨੇ। ਹਾਂਜੀ। ਮਾਰਹਿ ਮਾਤ ਪਿਤਾ ਮੁਝ ਕਬ ਹੀ। ਕਹਿਣ ਲੱਗਾ ਮਹਾਰਾਜ ਬਾਬਾ ਜੀ ਕਹਿ ਰਹੇ ਆ, ਕਹਿੰਦੇ ਮਹਾਰਾਜ ਮਾਂ ਪਿਓ ਨੇ ਤੇ ਪਤਾ ਨਹੀਂ ਮੈਨੂੰ ਕਦੋਂ ਮਾਰਨਾ ਹੈ। ਹਾਂਜੀ। ਤੁਮ ਮਾਰਤ ਹੋ ਮੋਕੋ ਅਬ ਹੀ। ਪਰ ਜਿਹੜਾ ਤੁਸੀਂ ਇਹ ਕਹਿਤਾ ਨਾ ਵੀ ਮੱਖਣ ਘਰ ਲੈ ਜਾ, ਇਹ ਤੇ ਸਮਝੋ ਤੁਸੀਂ ਮੈਨੂੰ ਹੁਣੇ ਹੀ ਮਾਰ ਰਹੇ ਹੋ। ਮਾਂ ਪਿਓ ਦਾ ਤੇ ਪਤਾ ਨਹੀਂ ਉਹਨਾਂ ਕਦੋਂ ਮਾਰਨਾ, ਤੁਸੀਂ ਹੁਣੇ ਮਾਰ ਦਿੱਤਾ ਮਹਾਰਾਜ। ਪਿਆਰ ਦੀ ਖੇਡ ਹੈ। ਹਾਂਜੀ। ਸ਼੍ਰੀ ਗੁਰ ਭਨੈ ਕੋ ਆਕ ਨ ਕਹਿਓ। ਗੁਰੂ ਸਾਹਿਬ ਕਹਿਣ ਲੱਗੇ ਬਾਲਕ ਅਸੀਂ ਤੈਨੂੰ ਕਿਹੜੀ ਕੋਈ ਮਾੜੀ ਗੱਲ ਆਖੀ ਹੈ। ਹਾਂਜੀ। ਹਮਨੇ ਤੋਰ ਭਲਾ ਹੀ ਚਾਹਿਓ। ਅਸੀਂ ਤੇ ਤੇਰਾ ਭਲਾ ਹੀ ਚਾਹਿਆ ਨਾ। ਹਾਂਜੀ। ਕੌਣ ਮਾਰ ਕੀਨੀ ਤੁਝ ਤਾਈ। ਅਸੀਂ ਤਾਂ ਨਹੀਂ ਤੈਨੂੰ ਮਾਰਿਆ। ਮਹਾਰਾਜ ਕਹਿਣ ਲੱਗੇ ਜਾਂਤੇ ਰੁਦਨ ਕਰੈ ਬਿਲ ਲਾਈ। ਜਿਸ ਕਰਕੇ ਤੂੰ ਰੋਣ ਹੀ ਲੱਗ ਪਿਆ। ਹਾਂਜੀ। ਸੁਨੋ ਪ੍ਰਭੂ ਜਸ ਮਾਰਿਓ ਮੋਹੀ। ਤੇ ਬਾਲਕ ਕਹਿ ਰਿਹਾ ਭਾਵ ਭਾਈ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਹਾਂਜੀ ਇਸ ਤੇ ਵੱਡੀ ਮਾਰ ਨਹਿ ਹੋਈ। ਮਹਾਰਾਜ ਆ ਜੋ ਤੁਸੀਂ ਆਖਿਆ ਵੀ ਮੱਖਣ ਲੈ ਜਾ, ਘਰ ਲੈ ਜਾ, ਇਹ ਚੋਰੀ ਦਾ ਅਸੀਂ ਨਹੀਂ ਲੈਣਾ, ਇਹ ਬਚਨ ਹੀ ਮੇਰੇ ਵਾਸਤੇ ਮਾਰ ਹੈਗੇ ਆ। ਭਾਵ ਬਾਬਾ ਜੀ ਦਾ ਕਿੰਨਾ ਪਿਆਰ ਹੋ ਗਿਆ ਮਹਾਰਾਜ ਨਾਲ ਜੀ।
ਅਜੇ ਇੱਕ ਰਾਤ ਨਹੀਂ ਪਈ ਜੀ। ਹਾਂਜੀ। ਬਾਰਿਓ ਦੀਪਕ ਦਿਪਤ ਪ੍ਰਕਾਸ਼ਾ, ਪੁੰਨ ਬੁਝਾਏ ਕੈ ਕਰੋ ਨਿਰਾਸ਼ਾ। ਤੇ ਬਾਬਾ ਜੀ ਕਹਿਣ ਲੱਗੇ ਮਹਾਰਾਜ ਪਹਿਲਾਂ ਤੁਸੀਂ ਦੀਵਾ ਬਾਲ ਲਿਆ, ਹੁਣ ਫੂਕ ਮਾਰ ਕੇ ਬੁਝਾ ਰਹੇ ਹੋ। ਪਹਿਲਾਂ ਖਿੱਚ ਪਾਈ ਆਪਣੀ, ਪਹਿਲਾਂ ਮੇਰੇ ਅੰਦਰ ਪਿਆਰ ਪੈਦਾ ਕਰਤਾ, ਹੁਣ ਪਿਆਰ ਤੋੜ ਰਹੇ ਹੋ, ਇਹ ਮਾਰ ਹੀ ਤੇ ਰਹੇ ਹੋ। ਹਾਂਜੀ। ਤੁਮ ਹੈ ਉਚਿਤ ਅਧਿਕਾਏ ਜਰਾਵੋ, ਪਾਏ ਸਨੇ ਗੁਨਹ ਉਕਸਾਵੋ। ਤੁਹਾਡੇ ਵਾਸਤੇ ਤੇ ਇਹ ਬਣ ਆਉਂਦਾ ਹੈ ਵੀ ਤੁਸੀਂ ਮੇਰੇ ਅੰਦਰ ਪਿਆਰ ਵਾਲਾ ਦੀਵਾ ਹੋਰ ਜਗਾਓ, ਉਹਦੇ ਵਿੱਚ ਹੋਰ ਪ੍ਰੇਮ ਰੂਪੀ ਘਿਓ ਪਾਓ। ਹਾਂਜੀ। ਤਮ ਤੋ ਟਾਰ ਵਸਤ ਦਿਖਰਾਵੋ, ਹਾਂਜੀ। ਪੂਰ ਆਸ ਅਸ ਕਸ਼ਟ ਮਿਟਾਵੋ। ਤੇ ਤੁਸੀਂ ਸਗੋਂ ਮੇਰੇ ਹਨੇਰੇ ਨੂੰ ਦੂਰ ਕਰਕੇ ਮੈਨੂੰ ਅਸਲ ਗੱਲ ਸਮਝਾਓ, ਮੈਨੂੰ ਗਿਆਨ ਦਿਓ, ਮੇਰੇ ਅੰਦਰ ਚਾਨਣ ਕਰੋ। ਹੁਣ ਆਪੇ ਹੀ ਬਾਬਾ ਬੁੱਢਾ ਜੀ ਕਹਿ ਰਹੇ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਭਾਈ ਬਾਲਾ ਜੀ ਲਾਗੇ ਖਲੋਤੇ ਸੁਣ ਰਹੇ ਸਾਨੂੰ ਸਾਰੀਆਂ ਗੱਲਾਂ, ਵੀ ਵਾਕਈ ਕੱਲ ਬੋਲੀ ਹੋਰ ਸੀ, ਅੱਜ ਬੋਲੀ ਹੋਰ ਹੋ ਗਈ ਹੈ। ਤੇ ਬਾਬਾ ਜੀ ਦੀ ਇਹ ਗੱਲ ਸੁਣ ਕੇ ਮਹਾਰਾਜ ਖੁਸ਼ ਹੁੰਦੇ ਹੈ। ਹਾਂਜੀ। ਸੋਰਠਾ ਮੁਸਕਾਨੇ ਗੁਣ ਖਾਨ, ਬਾਣੀ ਤਹ ਸੋ ਪੁਨ ਪਨੀ। ਤੇ ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋ ਕੇ ਨਾ ਫਿਰ ਇੰਜ ਕਹਿ ਰਹੇ ਆ, ਬੁੱਢੇ ਵੱਡੇ ਸਮਾਨ, ਬਾਤੈਂ ਤੂੰ ਮੁਖ ਤੇ ਕਹੈ। ਮਹਾਰਾਜ ਕਹਿੰਦੇ ਬੂੜੇ ਤੂੰ ਤੇ ਬੁੱਢਿਆਂ ਵਾਲੀਆਂ ਗੱਲਾਂ ਕਰ ਰਿਹਾ, ਇੰਜ ਗੱਲਾਂ ਕਰ ਰਿਹਾ ਜਿਵੇਂ ਬੜੇ ਸਿਆਣੇ ਵੱਡੇ ਵੱਡੇ ਬਜ਼ੁਰਗ ਗੱਲਾਂ ਕਰਦੇ ਆ। ਹਾਂਜੀ। ਤਬ ਹੀ ਤੇ ਇਹ ਨਾਮ ਭਾਈ ਬੁੱਢਾ ਕਹਿਤ ਹੈ। ਅੱਜ ਤੋਂ ਬਾਅਦ ਤੂੰ ਸਾਡਾ ਬੁੱਢਾ ਹੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਤੋਂ ਤੂੰ ਬੁੱਢਾ ਹੀ ਹੈ, ਅੱਜ ਤੋਂ ਤੂੰ ਬੁੱਢਾ ਹੈ। ਤੇ ਸਾਧ ਸੰਗਤ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਉਸ ਦਿਨ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਰੇ ਭਾਈ ਬੁੱਢਾ ਜੀ ਕਹਿੰਦੇ ਆ, ਸਤਿਕਾਰ ਨਾਲ ਬਾਬਾ ਬੁੱਢਾ ਸਾਹਿਬ ਕਹਿੰਦੇ ਆ। ਹਾਂਜੀ। ਸ਼ਰਨ ਗਹਿਓ ਸੁਖ ਧਾਮ, ਕਰੁਣਾ ਕੀਨੀ ਜਗਤ ਗੁਰ। ਤੇ ਸੁੱਖਾਂ ਦੇ ਘਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਤੇ ਬਾਬਾ ਬੁੱਢਾ ਸਾਹਿਬ ਵੀ ਉਸ ਦਿਨ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਹੀ ਪੈ ਗਏ ਜੀ। ਹਾਂਜੀ। ਚੌਪਈ ਹੇ ਸਿਸ ਕਰਕੇ ਭਉਨ ਭਾਰੀ, ਬੰਧਨ ਕਰ ਕਰ ਤਾਰ ਅਗਾਰੀ। ਉਹ ਤੇ ਸਾਧ ਸੰਗਤ ਜੀ ਹੇ ਸਿਸ ਕਰਕੇ ਭਉਨ ਭਾਰੀ। ਗੁਰੂ ਸਾਹਿਬ ਕਹਿਣ ਲੱਗੇ ਹੇ ਬਾਲਕ ਤੂੰ ਤੇ ਸਾਡੇ ਨਾਲ ਬੜਾ ਪਿਆਰ ਕਰਨ ਲੱਗ ਪਿਆ। ਤੇ ਬਾਬਾ ਬੁੱਢਾ ਸਾਹਿਬ ਨੇ ਗੁਰੂ ਸਾਹਿਬ ਅੱਗੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਨਾ ਬਾਲਕ ਬੁੱਢੇ, ਸਾਡੇ ਅੱਗੇ ਨਹੀਂ ਮੱਥਾ ਟੇਕਣਾ, ਮੱਥਾ ਅਕਾਲ ਪੁਰਖ ਅੱਗੇ ਹੀ ਟੇਕਣਾ ਹੈ। ਹਾਂਜੀ। ਪੂਰਨ ਹੋਵੈ ਔਰ ਕੀ ਆਸਾ। ਫਿਰ ਤੇਰੀਆਂ ਇੱਛਾਵਾਂ ਮਨੋਰਥ ਸਾਰੇ ਪੂਰੇ ਹੋਣਗੇ ਜਦੋਂ ਤੂੰ ਅਕਾਲ ਪੁਰਖ ਅੱਗੇ ਨਮਸਕਾਰ ਕਰੇਂਗਾ। ਪ੍ਰਾਪਤ ਭਲੋ ਗਿਆਨ ਸੁਖ ਰਾਸਾ। ਤੇ ਤੈਨੂੰ ਬੜਾ ਵਧੀਆ ਗਿਆਨ ਮਿਲੇਗਾ। ਕਿਹੜਾ ਗਿਆਨ ਜੀ? ਬ੍ਰਹਮ ਗਿਆਨ। ਜਦੋਂ ਗੁਰੂ ਘਰ ਵਿੱਚ ਬ੍ਰਹਮ ਗਿਆਨੀਆਂ ਦੀ ਗੱਲ ਚੱਲਦੀ ਹੈ ਤੇ ਸਭ ਤੋਂ ਪਹਿਲਾਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਹੀ ਨਾਮ ਲਿਆ ਜਾਂਦਾ ਜੀ। ਹਾਂਜੀ। ਸੁਨ ਕੈ ਦ્વੈ ਕਰ ਜੋਰਨ ਕੀਨੇ, ਬੰਦੇ ਪੰਕਜ ਪਾਏ ਪਰਬੀਨੇ। ਪਰ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਅੱਗੇ ਹੀ ਹੱਥ ਜੋੜੇ ਜੀ, ਮੱਥਾ ਟੇਕਿਆ। ਆਪਾਂ ਵੀ ਟੇਕੀਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਭਇਓ ਗਿਆਨ ਤਿਹ ਛਿਨ ਸੁਖ ਰਾਸੀ, ਸਗਰੀ ਉਰਤੇ ਦ્વੈਸ਼ ਬਿਨਾਸ਼ੀ। ਬਸ ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਸਾਹਿਬ ਅੱਗੇ ਮੱਥਾ ਟੇਕਿਆ ਤੇ ਅਜੇ ਤੇ ਹਿਰਦੇ ਵਿੱਚ ਪਿਆਰ ਹੀ ਸੀਗਾ, ਬੈਰਾਗ ਸੀ, ਪਰ ਜਦੋਂ ਸਿਰ ਤਾਂ ਕੀਤਾ ਉਦੋਂ ਨੂੰ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਬਣ ਗਏ ਜੀ। ਇੰਜ ਸਿਰ ਝੁਕਾਇਆ ਬਾਬਾ ਜੀ ਨੇ, ਤੇ ਜਦੋਂ ਸਿਰ ਤਾਂ ਚੁੱਕਿਆ ਉਦੋਂ ਨੂੰ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਬਣ ਗਏ। ਇੱਕ ਗੱਲ ਚੇਤਾ ਰੱਖਿਓ,
ਬ੍ਰਹਮ ਗਿਆਨੀ ਆਪਣੀ ਮਰਜ਼ੀ ਨਾਲ ਨਹੀਂ ਤੇ ਬੰਦਾ ਬਣਦਾ ਜੀ। ਆਪ ਕਮਾਈ ਕਰਕੇ ਵੀ ਨਹੀਂ ਤੇ ਬਣ ਸਕਦਾ। ਬ੍ਰਹਮ ਗਿਆਨੀ ਉਹ ਬਣਦਾ ਜਿਹਨੂੰ ਮਹਾਰਾਜ ਬਣਾ ਦਿੰਦੇ ਆ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਜਿਨ੍ਹਾਂ ਨੂੰ ਮਹਾਰਾਜ ਆਪ ਬਣਾ ਦਿੰਦੇ ਆ। ਕਿਉਂਕਿ ਦਾਤਾ ਦਾਤ ਰੱਖੀ ਹੱਥ ਆਪਣੇ, ਇਹ ਦਾਤਾਂ ਮਹਾਰਾਜ ਦੇ ਹੱਥ ਵਿੱਚ ਨੇ। ਬਾਬਾ ਬੁੱਢਾ ਜੀ ਨੇ ਸਿਰ ਝੁਕਾਇਆ ਤੇ ਜਦੋਂ ਨੂੰ ਸਿਰ ਤਾਂ ਕੀਤਾ ਔਰ ਉਹਨੂੰ ਬ੍ਰਹਮ ਗਿਆਨੀ ਬਣੇ ਹੋਏ ਜੀ ਉਹ। ਹਾਂਜੀ। ਕਿਰਪਾ ਨਿਧਾਨ ਬਹੁਰ ਬਚ ਕਹੇ, ਸਵਾ ਜਾਮ ਜਾਮਨ ਜਬ ਰਹੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਫਿਰ ਰਹਿਤ ਦੱਸੀ ਬਾਬਾ ਜੀ ਨੂੰ ਕਿ ਮਹਾਰਾਜ ਕਹਿੰਦੇ ਬਾਬਾ ਜੀ ਜਦੋਂ ਸਵਾ ਪਹਿਰ ਰਾਤ ਰਹਿ ਜਾਵੇ, ਹਾਂਜੀ, ਨਿਤ ਉੱਠ ਤਬ ਹੀ ਕਰੋ ਇਸ਼ਨਾਨਾ। ਤਾਂ ਉਦੋਂ ਉੱਠ ਜਾਣਾ ਹੈ। ਭਾਵ ਅੰਮ੍ਰਿਤ ਵੇਲੇ ਉੱਠ ਕੇ ਸਿਮਰੋ ਨਾਮ ਮਾਨ ਮਨ ਭਾਨਾ। ਤੇ ਪਰਮੇਸ਼ਰ ਦੇ ਸਿਮਰਨ ਵਿੱਚ ਮਨ ਜੋੜਨਾ ਹੈ। ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਮਨ ਜੋੜਨਾ ਹੈ। ਸਿਮਰਨ ਕਰਨਾ ਹੈ। ਹਾਥ ਜੋਰ ਸਿਸ ਬਚਨ ਬਖਾਨਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਕੇ ਫਿਰ ਨਾਮ ਜਪਣਾ ਹੈ। ਤੇ ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਅਬ ਲੋ ਰਾਖਿਓ ਉਚਿਤ ਇਸ਼ਨਾਨਾ। ਕਹਿਣ ਲੱਗੇ ਮਹਾਰਾਜ ਅਜੇ ਵੀ ਇਸ਼ਨਾਨ ਕਰਨਾ ਜ਼ਰੂਰੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਬ੍ਰਹਮ ਗਿਆਨੀ ਤੇ ਬਣ ਗਏ ਤੇ ਕਿਰਪਾ ਹੋ ਗਈ ਹੈ, ਪਰ ਨਵੀਂ ਨਵੀਂ ਅੰਦਰ ਬਖਸ਼ਿਸ਼ ਟਿਕੀ ਹੈ। ਕਹਿੰਦੇ ਮਹਾਰਾਜ ਅਜੇ ਵੀ ਇਸ਼ਨਾਨ ਕਰਨਾ ਜ਼ਰੂਰੀ ਹੈ। ਹਾਂਜੀ। ਮੈਂ ਮਲ ਨਾਸ਼ ਕਰੀ ਇੱਕ ਬਾਰਾ, ਰਾਵਰ ਦਰਸ਼ਨ ਪਰ ਬਲਿਹਾਰਾ। ਨਹਾ ਕੇ ਤੇ ਮੈਲ ਹੀ ਦੂਰ ਕਰਨੀ ਹੈ ਨਾ, ਤੇ ਤੁਹਾਡੇ ਦਰਸ਼ਨ ਕਰਦਿਆਂ ਸਾਰ ਅੱਜ ਮੈਲ ਤੇ ਸਾਰੀ ਲੱਥ ਗਈ ਹੈ। ਹਾਂਜੀ। ਬਾਹਰ ਨਾ ਕਬ ਲਾਗੈ ਮਲ ਲੇਸ਼ਾ। ਤੇ ਮੈਨੂੰ ਮਹਿਸੂਸ ਹੁੰਦਾ ਹੈ ਅੱਜ ਤੁਸੀਂ ਇਹੋ ਜਿਹੀ ਮੈਲ ਲਾਈ ਹੈ, ਮੁੜ ਕਦੀ ਮੈਲ ਚੜ੍ਹਨੀ ਨਹੀਂ ਮੈਨੂੰ। ਕਹਿਣ ਲੱਗੇ ਮਹਾਰਾਜ ਨੇ ਤੇ ਕੱਲ੍ਹ ਹੀ ਭਾਈ ਬਾਲਾ ਜੀ ਨੂੰ ਕਹਿਤਾ ਸੀ ਵੀ ਇਹਨੂੰ ਮੈਲ ਨਹੀਂ ਲੱਗਣੀ ਕਦੀ। ਹਾਂਜੀ। ਜਨਮ ਮਰਨ ਕੇ ਮਿਟੇ ਕਲੇਸ਼ਾ। ਮਹਾਰਾਜ ਇੰਝ ਲੱਗਦਾ ਜਿਵੇਂ ਜਨਮਾਂ ਜਨਮਾਂ ਦੇ ਕਲੇਸ਼ ਤੁਸੀਂ ਮਿਟਾ ਦਿੱਤੇ ਹੋਣ ਮੇਰੇ। ਹਾਂਜੀ। ਪਾਇਓ ਨਿਰਮਲ ਸਹਿਜ ਸਰੂਪਾ, ਜਿਹ ਜਾਣਤ ਭਾ ਆਨੰਦ ਅਨੂਪਾ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੈਂ ਨਿੱਜੀ ਘਰ ਵਿੱਚ ਟਿਕ ਗਿਆ। ਮਹਾਰਾਜ ਆਨੰਦ ਸਰੂਪ ਦੀ ਮੈਨੂੰ ਪ੍ਰਾਪਤੀ ਹੋ ਗਈ ਹੈ। ਗੁਰ ਭਨਿਓ ਤੋਹੇ ਮਨੁਜ ਅਨੇਕਾ, ਮਿਲ ਹੈ ਪਾਵਨ ਹੇਤ ਬਬੇਕਾ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਕੱਲਾ ਤੂੰ ਹੀ ਨਹੀਂ ਪਵਿੱਤਰ ਹੋਇਆ ਬਾਬੇ ਬੁੱਢੇ, ਜਿਹੜਾ ਤੁਹਾਨੂੰ ਮਿਲੇਗਾ ਉਹ ਵੀ ਪਵਿੱਤਰ ਹੋਵੇਗਾ, ਉਹਦੀ ਮੈਲ ਵੀ ਦੂਰ ਹੋ ਜਾਇਆ ਕਰੇਗੀ। ਹਾਂਜੀ। ਤੁਝ ਕੋ ਦੇਖ ਅਚਾਰ ਕਰੰਤਾ, ਤਿੰਨ ਰੁਚ ਜਾਗੈ ਹੋਵੈ ਸੰਤਾ। ਜਿਹੜਾ ਤੈਨੂੰ ਵੇਖ ਲਏਗਾ, ਕਹਿਣ ਲੱਗੇ ਉਹਦੇ ਅੰਦਰ ਵੀ ਚੰਗੇ ਆਚਾਰ ਦੀ ਬੁੱਧੀ ਪੈਦਾ ਹੋ ਜਾਏਗੀ, ਉਹਦਾ ਜੀਵਨ ਵੀ ਵਧੀਆ ਬਣ ਜਾਏਗਾ। ਔਰ ਸੱਚ 'ਚ ਜੇ ਕਿਸੇ ਨੇ ਗੁਰੂ ਸਾਹਿਬ ਦੇ ਨਹੀਂ ਦਰਸ਼ਨ ਕੀਤੇ, ਇਕੱਲੇ ਬਾਬਾ ਬੁੱਢਾ ਜੀ ਦੇ ਹੀ ਦਰਸ਼ਨ ਕਰ ਲਏ ਨਾ, ਤਾਂ ਵੀ ਉਹਦਾ ਬੇੜਾ ਪਾਰ ਹੋ ਗਿਆ ਜੀ, ਤਾਂ ਵੀ ਉਹਦਾ ਬੇੜਾ ਪਾਰ ਹੋ ਗਿਆ। ਕਿਉਂ? ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਵਰਗੇ ਹੀ ਬਣ ਗਏ ਜੀ। ਗੁਰੂ ਨਾਨਕ ਸਾਹਿਬ ਹੀ ਬਣ ਗਏ ਬਾਬਾ ਜੀ। ਕਿੱਡੀ ਵੱਡੀ ਬਖਸ਼ਿਸ਼, ਬਸ ਆ ਕੇ ਮੱਥਾ ਟੇਕਿਆ, ਸਿਰ ਤਾਂ ਚੁੱਕਿਆ ਤੇ ਬ੍ਰਹਮ ਗਿਆਨੀ ਬਣ ਗਏ ਜੀ, ਬ੍ਰਹਮ ਗਿਆਨੀ ਬਣ ਗਏ। ਸੋ ਬੜੀ ਵੱਡੀ ਦਾਤ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ ਤੇ ਨਾਮ ਉਦੋਂ ਤੋਂ ਹੀ ਬੁੱਢਾ ਰੱਖ ਦਿੱਤਾ ਜੀ। ਔਰ ਵੇਖ ਲਓ ਬਾਬਾ ਜੀ ਦੇ ਬਾਰੇ, ਬਾਬਾ ਜੀ ਨੂੰ ਵੀ ਜਵਾਨੀ ਆਈ ਹੋਏਗੀ, ਪਰ ਬਾਬਾ ਜੀ ਨੂੰ ਸਾਰੇ ਭਰੀ ਜਵਾਨੀ ਵਿੱਚ ਵੀ ਹੱਥ ਜੋੜ ਕੇ ਧੰਨ ਬਾਬਾ ਬੁੱਢਾ ਸਾਹਿਬ ਹੀ ਕਹਿੰਦੇ ਸੀਗੇ ਜੀ। ਬੂੜਾ ਨਾਮ ਤੇ ਕੋਈ ਜਾਣਦਾ ਹੀ ਨਹੀਂ ਹੈ, ਬਹੁਤ ਘੱਟ ਸੰਗਤਾਂ ਜਾਣਦੀਆਂ। ਇਤਿਹਾਸ ਤੋਂ ਜਾਣੋ, ਉਹ ਸੰਗਤਾਂ ਜਾਣਦੀਆਂ ਵੀ ਬਾਬਾ ਜੀ ਦਾ ਪਹਿਲਾ ਨਾਮ ਬੂੜਾ,
ਨਹੀਂ ਤੇ ਬਹੁਤ ਸੰਗਤਾਂ ਨੂੰ ਬਾਬਾ ਜੀ ਦਾ ਨਾਮ ਧੰਨ ਧੰਨ ਬਾਬਾ ਬੁੱਢਾ ਸਾਹਿਬ ਹੀ ਪੱਕਿਆ ਹੈ। ਕਿਉਂ? ਅਸਲੀ ਨਾਮ ਤੇ ਉਹੋ ਹੀ ਹੈ ਜਿਹੜਾ ਗੁਰੂ ਜੀ ਬਖਸ਼ ਦੇਣ ਜੀ, ਜਿਹੜਾ ਮਹਾਰਾਜ ਬਖਸ਼ ਦੇਣ। ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ, ਧੰਨ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਬਣ ਗਏ ਹੈ। ਬਸ ਅੱਜ ਤੋਂ ਸਾਰਾ ਜੀਵਨ ਹੀ ਗੁਰੂ ਨਾਨਕ ਦੇ ਲੇਖੇ ਜੀ। ਉਹ ਪ੍ਰਸੰਗ ਆਪਾਂ ਅਗਲੇ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।